हाँ जी। सो स्टार्ट करते हैं आपां अगला चैप्टर टॉपिक इहदा देखो बस प्लीज़ असी स्टार्ट किया सीगा अपना टॉपिक नंबर सिस्टम। ठीक है जी। देखो असी जो नंबर सिस्टम पढ़ रहे सीगे तो असी एक चीज़ ते मेन फोकस किया सीगा कि नंबरस हुंदे की है, आखिर रीयल नंबरस की हुंदे आ। कोई नंबरस ने उन्होंने रियलिटी च नंबर क्या कदों जाता है। ठीक है, किनू आपां डेसीमल कहने आ, किनू फ्रैक्शन कहने आ। ठीक है, इंटीजरस की हुंदे आ, होल नंबर की हुंदे आ। मैं बड़ी ना एक सकिंट च रिवीजन च करा दा कि क्योंकि हुण देखो जिहड़ी चीज़ मैं पूरा एग्जैक्टली 1 घंटा लवा के कराई है पिछले लैक्चर च, उन्होंने मैं सिर्फ 1 मिनट च रिवाइज कराउणा होवे तां बहुत चीज़ां छड्ड के कराऊंगा ना। तां इहदे च देखो सब तो मेन गल ये है हर एक वो नंबर, ठीक है, हर एक नंबर जिहड़ा चाहे वह 0 आ, चाहे वह 1 आ, चाहे वह 2 आ, ते चाहे 2 तो वड्डा कोई भी है। 1 ते 0 ते 1 दे विच अद्धा भी आ सकदा है, पता ही है सारिਆਂ ਨੂੰ। ਤੇ ਤੁਹਾਨੂੰ पता है कि 1 ਤੇ 2 ਦੇ ਵਿੱਚ ਜੇ ਤੁਹਾਡੇ ਚੋਂ ਕਿਸੇ ਨੇ ਛੋਟੇ ਹੁੰਦਿਆਂ √2 ਦੀ ਵੈਲਿਊ ਸੁਣੀ ਹੋਊਗੀ ਤਾਂ √2 ਦੀ ਵੈਲਿਊ 1.41 ਹੁੰਦੀ ਹੈ, ਉਹ ਵੀ ਆ ਗਈ ਇਹਦੇ 'ਚ। ਐਵੇਂ ਜੇ ਆਪਾਂ ਬੈਕ ਨੂੰ ਚੱਲੀਏ ਤਾਂ ਅੱਗੇ ਆਊ, ਇੱਧਰ ਵੀ ਆਊਗਾ ਇੱਕ ਨੰਬਰ -1। ਠੀਕ ਆ, -1 -2 -3 ਐਵੇਂ ਹੋਰ ਪਿੱਛੇ ਨੂੰ। -2 ਤੇ -3 ਦੇ ਵਿੱਚ -2.5 ਵੀ ਆ ਸਕਦਾ ਹੈ, ਇਹ ਵੀ ਆ ਸਕਦਾ ਨੈਗੇਟਿਵ 'ਚ। ਹਾਂ, -1 ਤੇ -2 ਦੇ ਵਿੱਚ -3/2 ਵੀ ਆ ਸਕਦਾ ਹੈ, ਕਿਉਂਕਿ -1.5 ਚਾਹੇ ਕੋਈ ਨੰਬਰ ਬਟਿਆਂ 'ਚ ਹੋਵੇ, ਚਾਹੇ ਕੋਈ रूट 'ਚ ਹੋਵੇ, ਚਾਹੇ ਕੋਈ ਨੰਬਰ ਦਸ਼ਮਲਵ 'ਚ ਯਾਨੀ ਕਿ ਡੈਸੀਮਲ 'ਚ ਹੋਵੇ, ਚਾਹੇ ਨੈਗੇਟਿਵ ਆ ਚਾਹੇ ਪੋਜ਼ਿਟਿਵ ਆ, ਹਰ ਇੱਕ ਨੰਬਰ ਕਿਹੜਾ ਨੰਬਰ ਹੁੰਦਾ ਹੈ? ਰੀਅਲ ਨੰਬਰ। ਕਿਹੜਾ ਨੰਬਰ ਹੁੰਦਾ ਹੈ? ਰੀਅਲ ਨੰਬਰ। ਇਹਦੇ ਵਿੱਚੋਂ ਜੇ ਅਸੀਂ ਆਹ ਵਾਲੇ ਨੰਬਰ ਕੱਢ ਲਈਏ -1 -2 -3 1 2 3 4 5 6 ਅਪ ਟੂ ਇਨਫਾਈਨਾਈਟ। ਤੇ ਜੇ ਇਧਰੋਂ ਅਸੀਂ -1 -2 -3 -4 ਇਹ ਕੱਢ ਲਈਏ, ਇਹ ਸਾਰੇ ਹੁੰਦੇ ਆ ਇੰਟੀਜਰਸ। ਕੀ ਹੁੰਦੇ ਆ ਜੀ? ਇੰਟੀਜਰਸ। ਉਹ ਅੱਡ ਗੱਲ ਆ ਕਿ ਮੈਥ 'ਚ ਇੰਟੀਜਰਸ ਵਾਸਤੇ ਕਈ ਵਾਰੀ Z ਨੂੰ ਐਜ਼ ਸਿੰਬਲ ਵਰਤ ਲੈਂਦੇ ਆ। ਠੀਕ ਆ, ਮੈਥ 'ਚ Z ਜਿਹੜਾ ਹੈ ਨਾ ਉਹ ਇੰਟੀਜਰਸ ਦੇ ਸਿੰਬਲ ਦੇ ਤੌਰ ਤੇ ਵਰਤਿਆ ਜਾਂਦਾ ਹੈ। ਹੁਣ ਇਹਨਾਂ ਇੰਟੀਜਰਸ ਦੇ ਵਿੱਚੋਂ ਜੇ ਮੈਂ ਇੰਟੀਜਰਸ 0 ਤੋਂ ਸਟਾਰਟ ਕਰਕੇ ਤੇ ਸੱਜੇ ਹੱਥ ਵੱਲ ਵਧਾਂ 0 1 2 3 4 5 6 7 8 9 10 ਇਹਨਾਂ ਨੂੰ ਕਹਿੰਦੇ ਆ ਹੋਲ ਨੰਬਰਸ। ਕੀ ਕਹਿੰਦੇ ਆ? ਹੋਲ ਨੰਬਰਸ। ਹੋਲ ਨੰਬਰ ਉਹ ਇੰਟੀਜਰ ਹੁੰਦੇ ਆ ਜਿਹੜੇ 0 ਤੋਂ ਸਟਾਰਟ ਹੋ ਕੇ ਅੱਗੇ ਵੱਲ ਵੱਧਦੇ ਆ। ਤੇ ਜੇ ਕੋਈ ਮੈਨੂੰ ਪੁੱਛੇ ਕਿ ਬਈ ਹਾਂਜੀ ਨੈਚੁਰਲ ਨੰਬਰ ਦੱਸੋ ਕਿਹੜੇ ਹੁੰਦੇ ਆ, ਠੀਕ ਆ ਜੀ, ਨੈਚੁਰਲ ਨੰਬਰ ਉਹ ਨੰਬਰ ਹੁੰਦੇ ਆ ਜਿਹੜੇ ਹੁੰਦੇ ਤਾਂ ਇੰਟੀਜਰਸ ਹੀ ਨੇ, ਬਟ ਉਹ ਵਾਲੇ ਇੰਟੀਜਰ ਜਿਹੜੇ 1 ਤੋਂ ਸਟਾਰਟ ਹੋਣ, ਜਿਹੜੇ 1 ਤੋਂ ਸਟਾਰਟ ਹੋਣ, ਉਹ ਸਾਰੇ ਕੀ ਹੁੰਦੇ ਆ? ਮਤਲਬ ਕਿ ਨੈਚੁਰਲ ਨੰਬਰ। ਹੁਣ ਇੱਕ ਗੱਲ ਦੱਸੋ, ਜੇ ਮੈਨੂੰ ਕੀ ਕਹੇ ਨੈਚੁਰਲ ਨੰਬਰ ਜ਼ਿਆਦਾ ਹੁੰਦੇ ਆ ਕਿ ਹੋਲ ਨੰਬਰ, ਤੁਸੀਂ ਸਾਫ਼ ਕਹੋਗੇ ਕਿ ਹੋਲ ਨੰਬਰ ਇੱਕ ਵੱਧ ਹੁੰਦਾ ਹੈ ਨੈਚੁਰਲ ਨੰਬਰ ਤੋਂ, ਕਿਉਂਕਿ ਹੋਲ ਨੰਬਰ ਸਟਾਰਟ ਹੁੰਦੇ ਆ 0 ਤੋਂ ਤੇ ਨੈਚੁਰਲ ਨੰਬਰ ਸਟਾਰਟ ਹੁੰਦੇ ਆ 1 ਤੋਂ। ਠੀਕ ਆ, ਇਹਦਾ ਮਤਲਬ ਇੱਕ ਗੱਲ ਬੜੀ ਕਲੀਅਰ ਆ ਕਿ ਸਾਰੇ ਦੇ ਸਾਰੇ ਨੈਚੁਰਲ ਨੰਬਰ ਹੋਲ ਨੰਬਰ ਹੋਣਗੇ। ਕਿਉਂ? ਇੱਕ ਨੈਚੁਰਲ ਨੰਬਰ ਆ ਹੋਲ ਵੀ ਆ, 2 ਨੈਚੁਰਲ ਨੰਬਰ ਆ ਹੋਲ ਵੀ ਆ, 25 ਨੈਚੁਰਲ ਨੰਬਰ ਆ ਹੋਲ ਵੀ ਆ, ਪਰ ਸਾਰੇ ਦੇ ਸਾਰੇ ਹੋਲ ਨੰਬਰ ਨੈਚੁਰਲ ਨੰਬਰ ਨਹੀਂ ਹੋਣਗੇ। ਆਲ ਨੈਚੁਰਲ ਨੰਬਰਸ ਆਰ ਹੋਲ ਨੰਬਰ ਬਟ ਆਲ ਹੋਲ ਨੰਬਰਸ ਆਰ ਨਾਟ ਨੈਚੁਰਲ ਨੰਬਰਸ। ਕਿਉਂ? 0 ਹੋਲ ਨੰਬਰ ਆ ਪਰ ਨੈਚੁਰਲ ਨਹੀਂ ਹੈਗਾ। ਮੇਰੀ ਗੱਲ ਸਮਝ ਗਏ ਨਾ? ਇਹਦਾ ਮਤਲਬ ਜੇ ਕੋਈ ਮੈਨੂੰ ਕਵੇ ਕਿ ਜੀ ਆਹ ਗੋਲਾ ਰਿਪਰੈਜ਼ੈਂਟ ਕਰਦਾ ਹੈ ਨੈਚੁਰਲ ਨੰਬਰਸ ਨੂੰ ਤੇ ਹੋਲ ਨੰਬਰਸ ਨੂੰ ਕਿਹੜਾ ਗੋਲਾ ਰਿਪਰੈਜ਼ੈਂਟ ਕਰੂਗਾ? ਉਸ ਤੋਂ ਬਾਅਦ ਵੱਡਾ। ਪਤਾ ਕਿਉਂ? ਕਿਉਂਕਿ ਸਾਰੇ ਹੋਲ ਨੰਬਰ ਜਿਹੜੇ ਆ, ਸਾਰੇ ਨੈਚੁਰਲ ਨੰਬਰ ਹੋਲਸ ਦੇ ਵਿੱਚ ਆਉਣਗੇ, ਬਟ ਸਾਰੇ ਹੋਲ ਨੰਬਰ ਨੈਚੁਰਲਸ ਦੇ ਵਿੱਚ ਨਹੀਂ ਆ ਸਕਦੇ। ਵਜ੍ਹਾ ਇਹ ਆ ਕਿਉਂਕਿ 0 ਇੱਕ ਇਹੋ ਜਿਹਾ ਨੰਬਰ ਆ ਜਿਹੜਾ ਹੋਲ ਤਾਂ ਹੈਗਾ ਏ ਬਟ ਕਿਹੜਾ ਨੰਬਰ ਨਹੀਂਗਾ? ਨੈਚੁਰਲ ਨਹੀਂਗਾ। ਆਹ ਗੱਲ ਸਭ ਨੂੰ ਸਮਝ ਆ ਗਈ। ਕੱਲ੍ਹ ਵਾਲਾ ਲੈਕਚਰ ਆ, ਇਹਨੂੰ ਮੈਂ ਇਸੇ ਤਰੀਕੇ ਨਾਲ ਕਾਫੀ ਐਕਸਪਲੇਨ ਕਰਕੇ ਪੜ੍ਹਾਇਆ ਸੀਗਾ। ਠੀਕ ਆ, ਹੋਲ ਨੰਬਰ ਦੱਸਦੇ, ਨੈਚੁਰਲ ਨੰਬਰ ਦੱਸਦੇ। ਇਸ ਤੋਂ ਬਾਅਦ ਮੈਂ ਇਹ ਵੀ ਦੱਸਿਆ ਸੀ ਈਵਨ ਤੇ ਔਡ ਨੰਬਰਸ। ਠੀਕ ਆ, ਜਿਸ ਤਟਾਂਕ ਜਿਹਨੂੰ ਆਪਾਂ ਕਿਹਾ ਸੀਗਾ ਈਵਨ ਨੰਬਰ ਜਿਹੜੇ 2 4 6 8 10 12 14 ਇਹ ਵਾਲੇ ਨੰਬਰ ਈਵਨ, ਜਿਹੜੇ 1 ਤੋਂ ਸਟਾਰਟ ਹੁੰਦੇ ਆ 1 3 5 7 9 11 13 15 17 ਇਹ ਸਾਰੇ ਕਿਹੜੇ ਨੰਬਰ ਹੋ ਗਏ?
ਔਡ ਨੰਬਰ। ਇੱਕ ਮੈਂ ਫਰਕ ਦੱਸਿਆ ਸੀ ਈਵਨ ਤੇ ਔਡ ਵਾਲਾ, ਇਹ ਵੀ ਕੱਲ ਨੋਟ ਕਰਾਤਾ ਸੀ। ਉਸ ਤੋਂ ਬਾਅਦ ਇੱਕ ਮੈਂ ਫਰਕ ਅੱਜ ਦੱਸਣਾ ਸੀਗਾ, ਜਿੱਥੋਂ ਆਪਣਾ ਅੱਜ ਦਾ ਲੈਕਚਰ ਸ਼ੁਰੂ ਹੋਣਾ, ਉਹ ਆ ਜੀ ਪ੍ਰਾਈਮ ਤੇ ਕੰਪੋਜ਼ਿਟ। ਕਿਹੜਾ ਜੀ? ਪ੍ਰਾਈਮ ਤੇ ਕੰਪੋਜ਼ਿਟ ਨੰਬਰ, ਜਿਹਨੂੰ ਪੰਜਾਬੀ 'ਚ ਕਹਿੰਦੇ ਆ ਜਿਹੜਾ ਨੰਬਰ ਦੀ ਟੁੱਟ ਭੱਜ ਨਾ ਹੋ ਸਕੇ, ਜਿਹੜੇ ਨੰਬਰ ਨੂੰ ਤੋੜਿਆ ਭੰਨਿਆ ਨਾ ਜਾ ਸਕੇ, ਉਹਨੂੰ ਕਹਿੰਦੇ ਆ ਅਭਾਜ ਯਾਨੀ ਕਿ ਪ੍ਰਾਈਮ। ਜਿਹਨੂੰ ਤੋੜਿਆ ਜਾ ਸਕਦਾ ਹੈ ਉਹਨੂੰ ਭਾਜ ਯਾਨੀ ਕਿ ਕੰਪੋਜ਼ਿਟ ਨੰਬਰ। ਅੱਜ ਅਸੀਂ ਪ੍ਰਾਈਮ ਤੇ ਕੰਪੋਜ਼ਿਟ ਨੰਬਰ 'ਚ ਫਰਕ ਸਮਝਣਾ ਕੀ ਆ। ਬੜੇ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਪ੍ਰਾਈਮ ਤੇ ਕੰਪੋਜ਼ਿਟ ਨੰਬਰ 'ਚ ਕੀ ਫਰਕ ਆ। ਦੇਖੋ ਇੱਕ ਗੱਲ ਬੜੀ ਕਲੀਅਰ ਆ, ਜੇ ਮੈਂ ਤੁਹਾਨੂੰ ਇਹ ਕਹਾਂ ਕਿ 8 ਨੂੰ ਆਪਣੇ ਫੈਕਟਰਸ ਦੇ ਵਿੱਚ ਵੰਡ ਦਿਓ, ਕਿਹਦੇ 'ਚ? ਫੈਕਟਰਸ, ਠੀਕ ਆ, ਗੁਣਨਫਲ ਕਹਿ ਦਿੰਦੇ ਜਿਹਨੂੰ, ਠੀਕ ਆ। ਮਤਲਬ ਇਹ ਕਿ 8 ਨੂੰ ਕਿਹੜੇ ਕਿਹੜੇ ਟੇਬਲ ਤੇ ਕੱਟਿਆ ਜਾ ਸਕਦਾ ਹੈ, 8 ਨੂੰ ਕਿਹੜੇ ਕਿਹੜੇ ਪਹਾੜੇ ਨਾਲ ਭਾਗ ਕਰਿਆ ਜਾ ਸਕਦਾ ਹੈ। ਤੁਸੀਂ ਦੱਸ ਸਕਦੇ ਹੋ 8 ਨੂੰ ਕਿਹੜੇ ਕਿਹੜੇ ਪਹਾੜੇ ਨਾਲ ਭਾਗ ਕਰਿਆ ਜਾ ਸਕਦਾ ਹੈ? 1 ਤੇ। ਜੇ ਤੁਸੀਂ 1 ਨਾਲ 1 ਤੇ 8 ਨੂੰ ਭਾਗ ਕਰੋਗੇ ਤਾਂ 8 ਕਿੰਨੇ ਹਿੱਸਿਆਂ 'ਚ ਵੰਡਿਆ ਜਾਊਗਾ? 8 ਹਿੱਸਿਆਂ 'ਚ ਵੰਡਿਆ ਗਿਆ। 2 ਤੇ ਕਿੰਨੇ ਹਿੱਸਿਆਂ 'ਚ ਵੰਡਿਆ ਜਾਊਗਾ? 4 ਹਿੱਸਿਆਂ 'ਚ। 4 ਤੇ ਕਿੰਨੇ ਹਿੱਸਿਆਂ 'ਚ ਵੰਡਿਆ ਜਾਊਗਾ? 2 ਤੇ। ਤੇ ਹੋਰ ਕਿੰਨੇ ਨਾਲ ਭਾਗ ਕਰਿਆ ਜਾ ਸਕਦਾ ਹੈ? 8 ਤੇ ਖੁਦ ਤੇ, ਬਸ, ਇਸ ਤੋਂ ਵੱਡੇ ਨਹੀਂ, ਠੀਕ ਹੈ ਨਾ। 8 ਦੇ 4 ਫੈਕਟਰ ਆ ਗਏ, ਠੀਕ ਆ, 1 2 4 ਤੇ 8। 9 ਦੇ ਕਿੰਨੇ ਫੈਕਟਰ ਆਉਂਦੇ ਆ? 1 3 ਤੇ 9, ਠੀਕ ਆ। ਇੱਕ ਗੱਲ ਦੱਸੋ, 7 ਦੇ ਕਿੰਨੇ ਫੈਕਟਰ ਆਉਣਗੇ? 1 ਤੇ 7। ਤੇ 23 ਦੇ 1 ਤੇ 23। ਤੇ 24 ਦੇ 1 2 2 ਤੇ ਵੀ ਕੱਟਿਆ ਜਾਂਦਾ ਹੈ, 3 4 6 8 12 ਤੇ 24। ਆਹੀ ਆ ਬਈ ਜਿਹੜੇ ਜਿਹੜੇ ਟੇਬਲ ਤੇ ਕੱਟਿਆ ਗਿਆ, ਠੀਕ ਆ। ਹੁਣ ਮੈਨੂੰ ਇੱਕ ਗੱਲ ਦੱਸੋਗੇ, 23 ਤੇ 7 'ਚ ਕੋਈ ਸਮਾਨਤਾ ਹੈਗੀ ਆ? 23 ਤੇ 7 'ਚ ਇੱਕ ਸਮਾਨਤਾ ਹੈ, ਇੱਕ ਚੀਜ਼ ਸਿਮਿਲਰ ਆ ਦੋਵਾਂ 'ਚ। ਕਿ ਦੋਵਾਂ ਦੇ ਸਿਰਫ 2 ਹੀ ਫੈਕਟਰ ਨੇ, ਇਹਨਾਂ ਦੋਵਾਂ ਨੰਬਰ ਦੇ ਸਿਰਫ 2 ਹੀ ਫੈਕਟਰ ਨੇ। ਕਿਹੜੇ ਕਿਹੜੇ ਫੈਕਟਰ ਆ? 1 ਤੇ 1। 1 ਦਾ ਇੱਕ ਨਾਮ ਪਤਾ ਕੀ ਹੁੰਦਾ ਹੈ? ਜੇ ਤੁਸੀਂ SST ਦੇ ਸਟੂਡੈਂਟ ਰਹੇ ਹੋ, 1 ਦਾ ਮਤਲਬ ਹੁੰਦਾ ਏਕਤਾ, ਏਕਤਾ ਦਾ ਮਤਲਬ ਹੁੰਦਾ ਯੂਨਿਟੀ। 1 ਨੂੰ ਕਈ ਵਾਰੀ ਯੂਨਿਟੀ ਵੀ ਕਹਿ ਦਿੰਦੇ ਆ। ਇੱਕ ਤਾਂ 7 ਦਾ ਫੈਕਟਰ ਹੋ ਗਿਆ ਯੂਨਿਟੀ, ਯੂਨਿਟੀ ਮਤਲਬ 1 1। ਤੇ ਦੂਜਾ ਕਿਹੜਾ ਫੈਕਟਰ ਹੋਇਆ? ਨੰਬਰ ਆਪਣਾ ਖੁਦ। 7 ਆਪਣੇ ਆਪ ਨੂੰ ਹੀ ਫੈਕਟਰ ਆ। 23 ਦੇ ਕਿਹੜੇ 2 ਫੈਕਟਰ ਆ? ਇੱਕ ਯੂਨਿਟੀ ਤੇ ਇੱਕ ਖੁਦ ਨੰਬਰ। ਤੇ ਖੁਦ ਨੰਬਰ ਨੂੰ ਇੰਗਲਿਸ਼ 'ਚ ਕੀ ਕਹਿੰਦੇ ਆ? ਨੰਬਰ ਇਟਸੈਲਫ। ਆਪਾਂ ਇਹੀ ਕਹਿੰਦੇ ਆ ਕਿਸੇ ਨੂੰ ਇੰਗਲਿਸ਼ 'ਚ ਬੁਲਾਉਣਾ ਹੋਵੇ ਕਿ ਇਟ ਇਜ਼ ਅ ਨੰਬਰ ਇਟਸੈਲਫ। ਇਟ ਮੀਨਸ ਉਹ ਨੰਬਰ ਜਿਨ੍ਹਾਂ ਦੇ ਸਿਰਫ 2 ਹੀ ਫੈਕਟਰ ਹੋਣ। ਦ ਨੰਬਰਸ ਹੈਵਿੰਗ ਓਨਲੀ 2 ਫੈਕਟਰਸ। ਕਿਹੜੇ ਕਿਹੜੇ? ਦੈਟ ਇਜ਼ ਯੂਨਿਟੀ ਐਂਡ ਅ ਨੰਬਰ ਇਟਸੈਲਫ ਆਰ ਕਾਲਡ ਪ੍ਰਾਈਮ ਨੰਬਰਸ। ਉਹ ਨੰਬਰ ਜਿਹੜੇ ਸਿਰਫ 1 ਦੇ ਪਹਾੜੇ ਤੇ ਜਾਂ ਖੁਦ ਆਪਣੇ ਪਹਾੜੇ ਤੇ ਕੱਟੇ ਜਾਂਦੇ ਹਨ, ਉਹਨਾਂ ਨੂੰ ਅਭਾਜ ਸੰਖਿਆਵਾਂ ਕਹਿੰਦੇ ਹਨ। ਵੈਰੀ ਸਿੰਪਲ। ਮਤਲਬ ਕਿ ਉਹ ਨੰਬਰ ਜਿਹਦੇ ਸਿਰਫ 2 ਹੀ ਫੈਕਟਰ ਆ, ਉਹਨਾਂ ਨੂੰ ਕਿਹੜੇ ਨੰਬਰ ਕਿਹਾ ਜਾਂਦਾ ਹੈ? ਪ੍ਰਾਈਮ ਨੰਬਰਸ। ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਨੰਬਰ ਕਿਹੜੇ ਆ? ਕੰਪੋਜ਼ਿਟ ਨੰਬਰ। ਉਹ ਨੰਬਰ, ਉਹ ਸੰਖਿਆਵਾਂ ਜਿਨ੍ਹਾਂ ਦੇ ਇੱਕ ਅਤੇ ਆਪਣੇ ਆਪ ਨੂੰ ਛੱਡ ਕੇ ਹੋਰ ਵੀ ਗੁਣਨਫਲ ਹੁੰਦੇ ਹਨ। ਪਤਾ ਨਹੀਂ ਫੈਕਟਰਸ ਨੂੰ ਗੁਣਨਫਲ ਕਹਿੰਦੇ ਕਿ ਗੁਣਜਾਂ ਕਹਿੰਦੇ ਆ, ਇਹ ਨਹੀਂ ਮੈਨੂੰ ਐਗਜ਼ੈਕਟ ਭੁੱਲ ਗਿਆ, ਠੀਕ ਆ। ਫੈਕਟਰਸ ਆ, ਉਹਨਾਂ ਨੂੰ ਆਪਾਂ ਕੀ ਕਵਾਂਗੇ? ਕੰਪੋਜ਼ਿਟ ਨੰਬਰ। ਜਿਹਦੀ ਐਗਜ਼ਾਮਪਲ ਕੀ ਆ? 4 6 8 9 10 12 14 15 16 18 20 21 22। ਬਹੁਤ ਐਵੇਂ ਦੇ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਲੱਗ ਗਿਆ ਕਿ ਪ੍ਰਾਈਮ ਨੰਬਰ। ਹੁਣ ਮੈਨੂੰ ਜੇ ਕੋਈ ਕਵੇ ਕਿ ਪ੍ਰਾਈਮ ਨੰਬਰ ਜਲਦੀ ਜਲਦੀ ਲਿਖ ਕੇ ਦਿਓ, 2 3 5 7 11 13 17 19 21 ਨਹੀਂ ਲਿਖੂੰਗਾ, 23 29 31 35 ਵੀ ਨਹੀਂ ਲਿਖੂੰਗਾ, 37 39 ਵੀ ਨਹੀਂ ਲਿਖੂੰਗਾ, 41 ਵੀ ਲਿਖੂੰਗਾ, ਬਸ 41 43 45 ਨਹੀਂ ਲਿਖ ਸਕਦਾ, ਠੀਕ ਆ। ਜਿਹੜੇ ਤਾਂ ਈਵਨ ਆ ਉਹ ਤਾਂ ਲਿਖ ਹੀ ਨਹੀਂ ਸਕਦਾ, ਜਿਵੇਂ 4 6 8। ਪਤਾ ਕਿਉਂ? ਕਿਉਂਕਿ ਉਹ ਕਿਤੇ ਜਾਣ ਨਾ ਜਾਣ 2 ਤੇ ਤਾਂ ਜਾਂਦੇ ਹੀ ਜਾਂਦੇ ਆ। ਈਵਨ ਲਿਖਣੇ ਸਿਰਫ ਔਡ ਦੇ ਵਿੱਚੋਂ ਹੀ ਆ। ਉਹਨਾਂ 'ਚੋਂ ਵੀ ਕਈ ਤਾਂ ਜਾਂਦੇ ਹੀ ਆ, ਜਿਵੇਂ 15 ਔਡ ਨੰਬਰ ਜ਼ਰੂਰ ਆ, ਪਰ ਉਹ 5 ਤੇ ਵੀ ਚੱਲ ਜਾਂਦਾ, 3 ਤੇ ਵੀ। ਇਸ ਕਰਕੇ ਪੰਗਾ ਪੈ ਗਿਆ। ਮੇਰੀ ਗੱਲ ਨੂੰ ਸਮਝ ਗਏ ਨਾ? ਹੁਣ ਇਹ ਗੱਲ ਮੈਨੂੰ ਕਲੀਅਰ ਹੋ ਗਈ ਕਿ ਬਈ ਕੋਈ ਵੀ ਈਵਨ ਨੰਬਰ ਤਾਂ ਪ੍ਰਾਈਮ ਨੰਬਰ ਹੋ ਹੀ ਨਹੀਂ ਸਕਦਾ, ਸਿਰਫ 1 ਨੂੰ ਛੱਡ ਕੇ। ਕਿਹੜੇ ਨੂੰ ਭਲਾ?
2 बस पूरे मैथ के इतिहास च 2 ही एक अजिहा नंबर आ जिहड़ा ईवन होके भी प्राइम आ। मेरी गल समझ गए ना कि 2 इज़ दी ओनली ईवन प्राइम नंबर। बाकी सारे प्राइम नंबर तुहानूं किहड़े मिलणगे भला? ऑड ही मिलणगे। ठीक है ना, 2 ही एक अजिहा नंबर आ जिहड़ा ईवन होके भी प्राइम आ। अदरवाइज 4 6 8 10 12 14 16 18 20 22 24 26 28 30 32 34 36 38 तुसीं किसी भी एक प्राइम नंबर नूं ईवन नहीं कह सकते। ठीक है ना, ये तो तुहानूं समझ आई गई गल। तो सब तो पहला तो मैं तुहानूं ये दस्सिया कि प्राइम नंबर की है, एग्जाम्पलां लिखतियां। फिर मैं तुहानूं दस्सिया कंपोजिट नंबर की है। 4 6 8 9 10 12 14 15 16 18 20 21 22 24 25 26 27 28 30 32 33 34 35 36 38 39 ये सारे की ने कंपोजिट नंबर। आ गल समझ आ गई? ਇਹਦਾ मतलब एक गल तो क्लीयर हो गई कि ये 2 तो स्टार्ट ने, ये 4 तो स्टार्ट आ। एक बारे की विचार आ? वैसे एक चित्त तां करदा कि एक नूं ऐ लिख दईए कि ये जिहड़ा नंबर आ ना एक, ये प्राइम नंबर आ, क्योंकि ये भी सिर्फ 2 ते कट्टिया जांदा है, एक ते एक अपने आप ते। पर ਇਹਦਾ ਵਿਚਾਰੇ ਦਾ ਇੱਕ ਤੇ ਆਪਣਾ ਆਪ ਇੱਕੋ ਹੀ ਆ। ਇਸ ਕਰਕੇ ਬਹੁਤ ਵਿਵਾਦ ਤੋਂ ਬਾਅਦ ਫੈਸਲਾ ਕੀਤਾ ਗਿਆ ਮੈਥਮੈਟੀਸ਼ੀਅਨਸ ਦੁਆਰਾ ਕਿ ਇੱਕ ਬਾਰੇ ਇੱਕੋ ਹੀ ਨੇਕ ਵਿਚਾਰ ਕਹਿਣਾ ਹੈ ਕਿ ਇੱਕ ਨਾ ਤਾਂ ਪ੍ਰਾਈਮ ਆ ਤੇ ਨਾ ਕੀ ਆ ਕੰਪੋਜ਼ਿਟ। ਵਨ ਇਜ਼ ਨਾਈਦਰ ਪ੍ਰਾਈਮ ਨੋਰ ਕੰਪੋਜ਼ਿਟ। ਇਹ ਜਿਹੜੇ ਪ੍ਰਾਈਮ ਤੇ ਕੰਪੋਜ਼ਿਟ ਦੀ ਸਟੋਰੀ ਆ ਨਾ, ਇਹ ਸ਼ੁਰੂ ਕਿੱਥੋਂ ਹੁੰਦੀ ਆ? 2 ਤੋਂ ਸਟਾਰਟ ਹੁੰਦੀ ਆ ਪ੍ਰਾਈਮ ਤੇ ਕੰਪੋਜ਼ਿਟ ਦੀ ਸਟੋਰੀ। मतलब ये कि 2 प्राइम 3 प्राइम 4 कंपोजिट 5 प्राइम 6 कंपोजिट 7 कंपोजिट 8 प्राइम, सॉरी उल्ट हो गए। ठीक है, आपे चेक कर लियो। आ दसो जी प्राइम ते कंपोजिट समझ आ गए, एग्जाम्पल समझ आ गई। ठीक है जी, हुण आपां इहदे च छोटियां छोटियां टर्म्स ने जिहड़ियां मतलब सब तो पहला तो मैं फर्क दसना सी कि प्राइम ते कंपोजिट च की फर्क आ। ठीक है जी, प्राइम कंपोजिट च फर्क समझण तो बाद ठीक है नैक्सट अगे लिखो एक छोटी जी टर्म है जिहड़ी काम दी है साडे। नैक्सट इज़ ट्विन प्राइम। ठीक है, ट्विन TWIN ट्विन प्राइम। ट्विन प्राइम की हुंदे आ? ट्विन प्राइम TWIN ट्विन प्राइम की हुंदे आ? ਉਹ ਪ੍ਰਾਈਮ ਨੰਬਰ ਜਿਨ੍ਹਾਂ ਦੇ ਵਿੱਚ 2 ਦਾ ਗੈਪ ਹੋਵੇ। ਨੰਬਰਸ ਪ੍ਰਾਈਮ ਨੰਬਰਸ ਹੈਵਿੰਗ ਅ ਗੈਪ ਆਫ 2। ਮੈਨੂੰ ਇੱਕ ਗੱਲ ਦੱਸੋਗੇ 11 ਪ੍ਰਾਈਮ ਨੰਬਰ ਹੈਗਾ ਕਿ ਨਹੀਂ? ਸੋਚ ਕੇ ਦੱਸਿਓ। 11 ਆਪਣੇ ਆਪ ਤੇ ਇੱਕ ਨੂੰ ਛੱਡ ਕੇ ਕਿਸੇ ਤੇ ਨਹੀਂ ਕੱਟਿਆ ਜਾਂਦਾ। 11 ਪ੍ਰਾਈਮ ਆ। 17 ਪ੍ਰਾਈਮ ਆ। 17 ਵੀ ਪ੍ਰਾਈਮ ਆ। ਇਸ ਜੋੜੇ ਨੂੰ, ਇਸ ਪੇਅਰ ਨੂੰ ਕੀ ਮੈਂ ਟਵਿਨ ਪ੍ਰਾਈਮ ਕਹਿ ਸਕਦਾ? मैं इस पेयर नूं, इस जोड़े नूं ट्विन प्राइम कह सकदा? बिल्कुल नहीं कह सकदा। वजह इन्हां दोवां दे विचला गैप 5 दा है। ट्विन प्राइम वो प्राइम नंबर ने जिन्हां दा गैप किन्ने दा होऊगा? कोई एग्जाम्पल आ चक्को। हुण आ गई एग्जाम्पल 5 ते 7। ठीक है, होर एग्जाम्पल 11 13 11 13। होर कोई एग्जाम्पल 17 ते 19। होर कोई एग्जाम्पल 23 ते 25। सही है? किसी को कोई डाउट ये तो गलत हो गया? क्यों गलत है? गैप तो 2 का है पर 25 प्राइम नंबर नहीं हैगा। सो मैं उम्मीद करदा कि ट्विन प्राइम जे पेपर च कदी आ जाए शब्द, ठीक है, कि हेठ लिखे 4 ऑप्शनस चो किहड़ा पेयर अपने आप च एक ट्विन प्राइम है तो तुसीं दस सको कि ट्विन प्राइम किहड़ा है। चलिए आप अगे। ठीक है जी, कर दिए टॉपिक का दी एंड। आ लो जी अगे आ जाओ। हुण नैक्सट अगे लिखो रैलेटिव प्राइम। अगला लिखो रैलेटिव प्राइम। रैलेटिव RELA एक दूजे दे तुलनात्मक प्राइम होना। तुलनात्मक अभाज संख्या, अभाज मतलब प्राइम, रैलेटिव का मतलब तुलनात्मक, एक दूजे दे कंपैरिजन दे विच प्राइम हो जाना। कहंदे वो 2 नंबर, ठीक है, वो 2 नंबर। हुण बड़े ध्यान नाल सुनियो, इहदी एक ना मैं तुहानूं 1 मिनट ये गल लिखण तो पहलां, इस टॉपिक नूं समझण तो पहलां एक छोटा जिहा टॉपिक होर समझो। छोटा जिहा टॉपिक आ। लो जी पहला तो मैनू ये दसो, सोच के दस्यो। एक नंबर लिखिया मैं 8, एक लिखिया मैं 12। एक 8 तो एक 12। 8 के फैक्टर दसो किहड़े किहड़े है? फैक्टर समझ गए हो जिन्हां ते 8 कट्टिया जांदा? बोलो। 1 होर, 2 होर, 4 होर, 8। 12 के फैक्टर दसो की है? 1 2
3 4 6 ਤੇ 12 ठीक है लिख ले। हुण दोवां दे सांझे फैक्टर दसो किहड़े किहड़े आ कॉमन जिहड़े दोवां च सांझे आ किहड़े किहड़े आ 1 2 4 बस। हुण इन्हां दोवां च जिहड़े सांझे आ उन्हां चों सब तो वड्डा किहड़ा है सब तो वड्डा सांझा फैक्टर किहड़ा है 4 1 2 4 चों सब तो वड्डा किहड़ा है 4। एक गल दस्सिया कोई दस सकदा कि दो नंबर दोवां दे फैक्टर्स उन्हां चों सांझे फैक्टर ते उन्हां चों सब तो वड्डा सांझा फैक्टर जिहड़ा हुंदा उही कहाउंदा है की भला HCF हाईएस्ट कॉमन फैक्टर। किड्डा सोहना जिहा कंसैप्ट आ। हुण कई जाणे ये कहणगे कि 8 दा ते 12 दा HCF असीं छोटे हुंदे एवें कढदे सी कि जिहड़ा छोटे वाला है ਉਹਨੂੰ ਵੱਡੇ ਵਾਲੇ ਨਾਲ ਭਾਗ ਕਰ ਲਓ ਐਵੇਂ ਕਰਕੇ 8 ਏਕਮ 8 ਕਿੰਨਾ ਵਾਧੂ ਰਿਮਾਈਂਡਰ ਬਚਿਆ 4 ਜੋ 4 ਬਚਿਆ ਜਿਹਦੇ ਨਾਲ ਭਾਗ ਕੀਤਾ ਸੀ ਹੁਣ ਤੁਸੀਂ ਉਹਨੂੰ ਇੱਥੇ ਲਿਖ ਲਓ। ਹੁਣ 4 ਨੂੰ 8 ਨਾਲ ਭਾਗ ਕਰੋ 2 ਤੇ ਕੱਟਿਆ ਗਿਆ ਕਿੰਨਾ ਆ ਗਿਆ ਜਦੋਂ ਇੱਥੇ 0 ਆ ਗਿਆ ਜਦੋਂ ਇੱਥੇ ਕੱਟਿਆ ਗਿਆ ਪੂਰਾ 0 ਆ ਗਿਆ ਉਸ ਟਾਈਮ ਜਿਹੜੀ ਰਕਮ ਇੱਥੇ ਬਣੀ ਹੋਊਗੀ ਉਹੀ ਤੁਹਾਡਾ HCF ਹੁੰਦਾ ਹੈ। ਇਹ HCF ਕੱਢਣ ਦਾ ਤਰੀਕਾ ਜਿਹੜਾ ਮੈਂ ਅਗਲੇ ਚੈਪਟਰ 'ਚ ਪੜਾਉਣਾ ਇਹਦੇ 'ਚ ਕਿਉਂ ਨਹੀਂ ਫਿਰ ਅਗਲੇ 'ਚ ਕੀ ਪੜਾਉਂਗਾ ਇਹ ਵੀ ਚੱਕਰ ਆ ਕਿਉਂਕਿ ਅਗਲੇ ਚੈਪਟਰ ਦਾ ਤਾਂ ਨਾਮ ਹੀ HCF LCM ਆ। पर आ कॉन्सैप्ट आ जिहड़ा वैसे दस्सण दी लोड़ सी कि भई HCF कोई बहुत उपर दी चीज़ नहीं गी। दो नंबर ने दोवां दे फैक्टर्स ने उन्हां चों एक कॉमन फैक्टर हुंदे आ फिर उन्हां कॉमन फैक्टर्स दे विच्चों एक हाईएस्ट कॉमन फैक्टर निकल के आउंदा है ते इहदा हाईएस्ट कॉमन फैक्टर कितना है अपने कोल 4। ये गल बहुत क्लीयर हो गई आपां नूं ठीक है बई कॉमन हाईएस्ट कॉमन फैक्टर हुंदा दोवां दा सांझा कोई कॉमन फैक्टर जिहड़ा उह 'च सब तो वड्डी रकम आ गल क्लीयर हो गई। नैक्सट देखो हुण मैं की करा रहा सीगा रैलेटिव प्राइम। हुण मैनूं एक गल दसो जे कोई मैनूं ये कहे कि जी एक नंबर 4 आ एक नंबर 9 आ एक नंबर की है जी 4 आ किसी ने कुछ नहीं लिखना एक नंबर 4 आ एक नंबर 9 आ तुसीं बस ये दसो एक दा 4 दे फैक्टर बनाओ की है 4 किहड़े किहड़े पहाड़े ते जांदा है ते 9 किहड़े ते जांदा है 1 3 9 ते 4 किहड़े ते जांदा है 1 2 4 ठीक है। इन्हां दोवां दे कॉमन फैक्टर किहड़े आ वट आर देयर कॉमन फैक्टर्स ते उन्हां चों हाईएस्ट किहड़ा है 1। ਉਹ ਦੋ ਨੰਬਰ ਇੱਕ ਪੇਅਰ ਉਸ ਪੇਅਰ ਦੇ ਵਿੱਚੋਂ ਉਹ ਦੋ ਨੰਬਰ ਜਿਹੜੇ ਬੇਸ਼ੱਕ ਆਪ ਪ੍ਰਾਈਮ ਨਾ ਹੋਣ ਜਿਹੜੇ ਜਿਨ੍ਹਾਂ ਚੋਂ ਪ੍ਰਾਈਮ ਨਾ ਹੋਣ ਬਟ ਉਹਨਾਂ ਦਾ HCF 1 ਆਵੇ ਉਹਨਾਂ ਨੂੰ ਕਹਿੰਦੇ ਆ ਰਿਲੇਟਿਵ ਪ੍ਰਾਈਮ। ਕਿਹੜੇ ਪ੍ਰਾਈਮ ਰਿਲੇਟਿਵ ਕਿਉਂਕਿ ਰਿਲੇਟਿਵਲੀ ਪ੍ਰਾਈਮ ਨੰਬਰ ਉਹ ਹੁੰਦੇ ਆ। ਵੈਸੇ ਵੀ ਇੱਕ ਗੱਲ ਦੱਸੋਗੇ ਪ੍ਰਾਈਮ ਨੰਬਰ ਬਾਰੇ ਆਪਾਂ ਕੀ ਸੋਚਦੇ ਆ ਪ੍ਰਾਈਮ ਨੰਬਰ ਉਹ ਨੰਬਰ ਹੁੰਦੇ ਆ ਜਿਹੜੇ ਵਿਚਾਰੇ ਜਾਂ ਤਾਂ ਆਪਣੇ ਆਪ ਤੇ ਕੱਟੇ ਜਾਂਦੇ ਆ ਤੇ ਜਾਂ ਇੱਕ ਤੇ ਕੱਟੇ ਜਾਂਦੇ ਆ। ਇਹ ਦੋਵਾਂ ਦਾ ਪੇਅਰ ਵੈਸੇ ਤਾਂ ਇੱਕ ਗੱਲ ਦੱਸੋ ਇਹ ਇੰਡੀਵਿਜੂਅਲੀ ਅੱਡ-ਅੱਡ ਦੇਖੋ ਅੱਡ-ਅੱਡ ਤੇ ਉਹ ਵਿਚਾਰੇ ਕਿੰਨੇ ਕਿੰਨੇ ਨੰਬਰਾਂ ਤੇ ਕੱਟੇ ਜਾਂਦੇ ਆ ਪਰ ਜਦੋਂ ਇੱਕ ਨੂੰ ਦੂਜੇ ਦੇ ਨਾਲ ਜੋੜਤਾ ਫਿਰ ਉਹਨਾਂ ਦਾ HCF ਕਿੰਨਾ ਆ ਗਿਆ 1। ਉਹ ਨੰਬਰ ਜਿਨ੍ਹਾਂ ਦਾ HCF 1 ਆਵੇ ਪਰ ਉਹ ਜ਼ਰੂਰੀ ਨਹੀਂ ਕਿ ਪ੍ਰਾਈਮ ਹੋਣ ਉਹਨਾਂ ਨੂੰ ਕਿਹਾ ਜਾਂਦਾ ਕਿਹੜੇ ਨੰਬਰ ਰਿਲੇਟਿਵਲੀ ਪ੍ਰਾਈਮ। ਕਿਹੜੇ ਨੰਬਰ ਰਿਲੇਟਿਵਲੀ ਪ੍ਰਾਈਮ ਨੰਬਰ ਉਹ ਨੰਬਰ ਹੁੰਦੇ ਆ ਜਿਹੜੇ ਖੁਦ ਪ੍ਰਾਈਮ ਨਹੀਂ ਹੁੰਦੇ ਬਟ ਉਹਨਾਂ ਦਾ HCF ਕਿੰਨਾ ਨਿਕਲ ਕੇ ਆਉਂਦਾ ਹੈ 1 ਨਿਕਲ ਕੇ ਆਉਂਦਾ ਹੈ ਉਹਨਾਂ ਦਾ HCF 1 ਨਿਕਲ ਕੇ ਆਉਂਦਾ ਹੈ। ਹੁਣ ਤੁਸੀਂ ਕਹੋਗੇ ਇਹਨਾਂ ਨੰਬਰਸ ਨੂੰ ਦੁਬਾਰਾ ਦੱਸ ਦਿਓ ਕੀ ਕਹਿੰਦੇ ਆ ਇਹਨਾਂ ਨੰਬਰਸ ਨੂੰ ਮੈਂ ਇੰਗਲਿਸ਼ ਦੁਬਾਰਾ ਲਿਖ ਲਿਆ ਕੀ ਕਹਿੰਦੇ ਆ ਭਲਾ ਰਿਲੇਟਿਵ ਪ੍ਰਾਈਮ ਨੰਬਰ। ਹੁਣ ਤੁਸੀਂ ਕਹੋਗੇ ਕਨਫਿਊਜ਼ ਜੇ ਹੋ ਗਏ ਥੋੜੇ ਜੇ ਇੱਕ ਹੋਰ ਚੀਜ਼ ਹੁੰਦੀ ਆ ਕੋ ਪ੍ਰਾਈਮ। ਕਿਹੜੇ ਹੁੰਦੇ ਆ ਕੋ ਪ੍ਰਾਈਮ ਤੇ ਰਿਲੇਟਿਵ ਪ੍ਰਾਈਮ ਦੇ ਵਿੱਚ ਫਰਕ ਸਮਝ ਲਿਓ ਬਸ ਕੋ ਪ੍ਰਾਈਮ ਤੇ ਰਿਲੇਟਿਵ ਪ੍ਰਾਈਮ ਦੇ ਵਿੱਚ ਫਰਕ ਸਮਝ ਲਿਓ। ਹੁਣ ਕੋ ਪ੍ਰਾਈਮ ਕਿਹੜੇ ਹੁੰਦੇ ਆ ਮੈਨੂੰ ਇੱਕ ਗੱਲ ਦੱਸੋਗੇ 5 ਪ੍ਰਾਈਮ ਨੰਬਰ ਹੈਗਾ 5 ਕਿਸੇ ਤੇ ਕੱਟਿਆ ਜਾਂਦਾ ਆਪਣੇ ਆਪ ਨੂੰ ਤੇ ਇੱਕ ਨੂੰ ਛੱਡ ਕੇ ਨਹੀਂ 7 ਕੱਟਿਆ ਜਾਂਦਾ ਹੈ ਨਹੀਂ। ਉਹ ਦੋ ਨੰਬਰ ਜਿਹੜੇ ਖੁਦ ਵੀ ਪ੍ਰਾਈਮ ਹੋਣ ਜਿਹੜੇ ਖੁਦ ਕਿਹੜੇ ਨੰਬਰ ਆ ਪ੍ਰਾਈਮ ਆ ਉਹ ਭਾਈ ਜੇ ਦੋ ਨੰਬਰ ਖੁਦ ਪ੍ਰਾਈਮ ਹੋਣਗੇ ਫਿਰ ਤਾਂ ਡੈਡ ਸ਼ੋਰ ਆ ਕਿ ਉਹਨਾਂ ਦਾ HCF 1 ਆਊਗਾ ਹੀ ਆਊਗਾ। ਫਿਰ ਵੀ ਕਿੰਨਾ ਆਊਗਾ HCF 1 ਹੀ ਆਉਣਾ ਹੈ। ਪਤਾ ਕਿਉਂ ਕਿਉਂਕਿ ਜੇ ਵਿਚਾਰੇ ਖੁਦ ਪ੍ਰਾਈਮ ਨੰਬਰ ਆ ਠੀਕ ਆ ਉਹ ਕਿਹੜੇ ਕਿਹੜੇ ਦੋ ਨੰਬਰਾਂ ਦੇ ਕੱਟੇ ਜਾਂਦੇ ਹੋਣਗੇ ਇੱਕ ਤੇ ਇੱਕ ਆਪਣੇ ਆਪ ਤੇ ਜਿਹੜਾ ਆਪਣੇ ਉਹਦਾ 5 ਆਪਣਾ ਆਪ ਨੰਬਰ ਇਹਦਾ ਕਿੰਨਾ ਹੈ 7 ਉਹਨਾਂ 'ਚ ਸਾਂਝਾ ਕੋਈ ਨਹੀਂ ਇਹਦਾ ਮਤਲਬ ਇਹਨਾਂ ਦਾ ਵੀ HCF ਕਿੰਨਾ ਹੀ ਨਿਕਲ ਕੇ ਆਉਣਾ ਹੈ
एक ही निकल के आना है। को प्राइम्स का HCF एक निकल के आता है, रैलेटिव प्राइम का भी अपना HCF एक निकल के आता है, पर को प्राइम की सब तो वड्डी शर्त पता की होंदी है, वो दोवें नंबर भी की होंदे आ भला प्राइम होंदे आ। इहदे च इहो जी कोई जरूरत नहीं गी। हाँ आ वाला पेयर आ जिहड़ा ये प्राइम होऊगा 4 ते 7। पुछो क्यों? क्योंकि 4 ते 7 च बेशक 7 प्राइम ना पर 4 तो नहीं गा। जे दोवां दे दोवें नंबर ਜਾਂ ਦੋਵਾਂ ਚ ਕੋਈ ਇੱਕ ਨੰਬਰ ਨੌਨ ਪ੍ਰਾਈਮ ਆ ਜਾਂ ਕੰਪੋਜ਼ਿਟ ਆ ਤੇ ਉਹਨਾਂ ਦਾ HCF ਇੱਕ ਨਿਕਲ ਆਵੇ। ਕੀ ਨਿਕਲ ਆਵੇ? HCF ਇੱਕ ਨਿਕਲ ਆਵੇ ਤਾਂ ਉਹ ਰਿਲੇਟਿਵ ਪ੍ਰਾਈਮ ਆ। ਜੇ ਤੁਸੀਂ ਚਾਹੁੰਦੇ ਹੋ ਕੋ ਪ੍ਰਾਈਮ ਦੀ ਡੈਫੀਨੇਸ਼ਨ ਤਾਂ ਦੋਵੇਂ ਨੰਬਰ ਦੋਵੇਂ ਨੰਬਰ ਆਪਸ ਚ ਵੀ ਕੀ ਹੋਣੇ ਚਾਹੀਦੇ, ਦੋਵੇਂ ਨੰਬਰ ਵੀ ਕੀ ਹੋਣੇ ਚਾਹੀਦੇ ਆ? ਪ੍ਰਾਈਮ, ਤੇ ਉਹਨਾਂ ਦਾ HCF ਵੀ ਕੀ ਹੋਣਾ ਚਾਹੀਦਾ? ਇੱਕ। ਰਿਲੇਟਿਵ ਪ੍ਰਾਈਮ ਵਾਸਤੇ ਦੋਵੇਂ ਨੰਬਰ ਪ੍ਰਾਈਮ ਨਹੀਂ ਹੋਣੇ ਚਾਹੀਦੇ, ਦੋਵਾਂ ਚੋਂ ਇੱਕ ਨੌਨ ਪ੍ਰਾਈਮ ਚਾਹੀਦਾ ਹੀ ਚਾਹੀਦਾ, ਘੱਟੋ ਘੱਟ ਇੱਕ, ਚਾਹੇ ਇੱਕ ਚਾਹੇ ਦੋਵੇਂ, ਫਿਰ ਉਹ ਰਿਲੇਟਿਵ ਪ੍ਰਾਈਮ ਆ। ਡੈਫੀਨੇਸ਼ਨ 'ਚ ਇੱਕੋ ਗੱਲ ਕਾਪੀ ਆ, ਪੱਕੀ ਆ ਕਿ ਦੋਵਾਂ ਦਾ HCF ਕਿੰਨਾ ਨਿਕਲ ਕੇ ਆਊਗਾ? ਇੱਕ। ਦੋਵਾਂ ਦਾ HCF ਕਿੰਨਾ ਨਿਕਲ ਕੇ ਆਊਗਾ? ਇੱਕ ਨਿਕਲ ਕੇ ਆਊਗਾ। ਗੱਲ ਕਲੀਅਰ ਹੈ ਗੱਲ? ਹੁਣ ਤੁਸੀਂ ਇਸ ਗੱਲ 'ਚ ਕਦੇ ਵੀ ਕਨਫਿਊਜ਼ ਨਾ ਹੋ ਜਿਓ ਕਿ ਵਟ ਇਜ਼ ਰਿਲੇਟਿਵ ਪ੍ਰਾਈਮ, ਵਟ ਇਜ਼ ਕੋ ਪ੍ਰਾਈਮ। ਕੋ ਪ੍ਰਾਈਮ ਨੰਬਰ ਉਹ ਨੰਬਰ ਹੁੰਦੇ ਹਨ ਜਿਨ੍ਹਾਂ ਦੇ ਵਿੱਚੋਂ ਜਿਹੜੇ ਦੋਵੇਂ ਨੰਬਰ ਜੋੜੇ ਦੇ ਜਾਂ ਪੇਅਰ ਦੇ ਦੋਵੇਂ ਨੰਬਰ ਵੀ ਪ੍ਰਾਈਮ ਹੋਣ ਅਤੇ ਉਹਨਾਂ ਦਾ HCF ਵੀ ਕਿੰਨਾ ਆਵੇ? ਇੱਕ ਆਵੇ। ਠੀਕ ਆ। ਰਿਲੇਟਿਵ ਪ੍ਰਾਈਮ ਉਹ ਦੋ ਨੰਬਰ ਜਿਨ੍ਹਾਂ ਦਾ HCF ਵੀ ਇੱਕ ਆਵੇ ਬਟ ਉਹਨਾਂ ਦੋ ਨੰਬਰਾਂ ਚੋਂ ਕੋਈ ਇੱਕ ਨੰਬਰ, ਘੱਟੋ ਘੱਟ ਇੱਕ ਨੰਬਰ ਨੌਨ ਪ੍ਰਾਈਮ ਹੋਣਾ ਜ਼ਰੂਰੀ ਆ, ਮਤਲਬ ਕੰਪੋਜ਼ਿਟ ਹੋਣਾ ਜ਼ਰੂਰੀ ਆ। ਠੀਕ ਆ। ਆਹ ਦੇਖ ਲਓ, ਇਹਦੇ 'ਚ ਦੋਵੇਂ ਹੀ ਕੰਪੋਜ਼ਿਟ ਆ, ਇਹਦੇ 'ਚ ਇਕੱਲਾ 4 ਕੰਪੋਜ਼ਿਟ ਆ, ਫਿਰ ਉਹ ਰਿਲੇਟਿਵਲੀ ਪ੍ਰਾਈਮ ਨੇ ਆਪਸ 'ਚ। ਆਹ ਗੱਲ ਸਮਝ ਆ ਗਈ? ਬਿਲਕੁਲ ਕਲੀਅਰ ਹੋ ਗਿਆ ਕਨਸੈਪਟ? ਕੁਛ ਆਈਡੀਆ ਕਿ ਜੇ ਕਿਤੇ ਵੀ ਕੁਛ ਗੜਬੜ ਹੋ ਜੇ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਸੀਗਾ ਕਿ ਕਹਾਣੀ ਕੀ ਆ। ਠੀਕ ਆ ਜੀ। ਨੈਕਸਟ ਇਹ ਆਪਾਂ ਪ੍ਰਾਈਮ ਨੰਬਰ ਦੇਖ ਲਏ। ਠੀਕ ਆ। ਤਾਂ ਨੈਕਸਟ ਉਸ ਤੋਂ ਬਾਅਦ ਅਗਲੀ ਟਰਮ ਆਪਣੇ ਕੋਲ ਆ ਗਈ, ਆ ਚੱਲੀਏ ਜੀ ਆਪਾਂ ਅੱਗੇ। ਨੈਕਸਟ ਉਸ ਤੋਂ ਬਾਅਦ ਅੱਗੇ ਆਪਣੇ ਕੋਲ ਆ ਗਿਆ ਕਨਸੈਪਟ ਆਫ ਯੂਨਿਟ ਪਲੇਸ। ਬਿਲਕੁਲ ਟੌਪਿਕ ਦੇਖੋ, ਮੈਂ ਤੁਹਾਨੂੰ ਕਿਹਾ ਸੀ ਨੰਬਰ ਸਿਸਟਮ ਦੇ ਆਪਣੇ 5 ਜਾਂ 6 ਲੈਕਚਰਸ ਨੇ। ਨੰਬਰ ਸਿਸਟਮ ਦੇ ਆਪਣੇ 5 ਜਾਂ 6 ਲੈਕਚਰ ਹੋਣਗੇ। ਠੀਕ ਆ। ਅਸੀਂ ਉਹ ਨੰਬਰ ਸਿਸਟਮ ਦੇ ਜਿਹੜੇ 5-6 ਲੈਕਚਰਸ ਨੇ ਉਹਨਾਂ ਚੋਂ ਪਹਿਲਾ ਲੈਕਚਰ ਆਪਣਾ ਦੂਜਾ ਲੈਕਚਰ ਆਪਣਾ ਚੱਲ ਰਿਹਾ ਹੈ। ਠੀਕ ਆ। ਇਹਦੇ 'ਚ ਸਭ ਤੋਂ ਪਹਿਲਾਂ ਆਪਾਂ ਇਹ ਦੇਖਾਂਗੇ ਯੂਨਿਟ ਪਲੇਸ ਵਗੈਰਾ ਕੀ ਹੁੰਦੀ ਆ। ਫਿਰ ਉਸ ਤੋਂ ਬਾਅਦ ਆਪਾਂ ਇਹ ਵੀ ਦੇਖਾਂਗੇ ਕਿ ਬਈ ਜਦੋਂ ਪੇਪਰ 'ਚ ਨਹੀਂ ਆ ਜਾਂਦਾ ਕਿ 27 ਦੀ ਪਾਵਰ 25 ਨੂੰ ਜਦੋਂ 15 ਨਾਲ ਭਾਗ ਕੀਤਾ ਜਾਵੇ ਜਾਂ ਡਿਵਾਈਡ ਕੀਤਾ ਜਾਵੇ ਤਾਂ ਰਿਮਾਈਂਡਰ ਕਿੰਨਾ ਬਚਦਾ ਹੈ, ਜਿਹਨੂੰ ਅਸੀਂ ਕਹਿੰਦੇ ਰਿਮਾਈਂਡਰ ਥਿਊਰਮ। ਠੀਕ ਆ। ਇਹ ਸਾਰਾ ਜਿਹੜਾ ਚੈਪਟਰ ਆ ਪੂਰੇ ਦਾ ਪੂਰਾ ਫੁੱਲ ਫਲੈਸ਼ ਚੈਪਟਰ ਆ ਜਿਹੜਾ ਆਪਣੇ ਕੋਲ, ਇਹ ਸਾਰਾ ਨੰਬਰ ਸਿਸਟਮ ਆ। ਤਾਂ ਨੰਬਰ ਸਿਸਟਮ ਇੱਕ ਕੰਪਲੈਕਸ ਚੈਪਟਰ ਜ਼ਰੂਰ ਆ ਬਟ ਸਾਨੂੰ ਆਉਣਾ ਚਾਹੀਦਾ ਕਿਉਂਕਿ ਨੰਬਰ ਸਿਸਟਮ ਦੇ ਬੇਸ 'ਤੇ ਸਾਡੀਆਂ ਕਾਫੀ ਕੈਲਕੂਲੇਸ਼ਨਸ ਟਿਕੀਆਂ ਰਹਿੰਦੀਆਂ। ਠੀਕ ਆ। ਫਿਰ ਆਪਾਂ ਅਗਲੇ ਟੌਪਿਕ ਨੂੰ ਜਿਵੇਂ ਸਕੇਅਰ ਰੂਟ, ਕਿਊਬ ਰੂਟ ਹੋ ਗਿਆ। ਠੀਕ ਆ। ਫਿਰ ਉਹ ਵੀ ਇਹਦੇ 'ਚ ਹੀ ਕੰਟੀਨਿਊ ਕਰਾਂਗੇ ਆਪਾਂ। ਪਾਵਰਾਂ ਦੀਆਂ ਪਾਵਰਾਂ ਕਿਵੇਂ ਕੈਲਕੂਲੇਟ ਹੁੰਦੀਆਂ, ਕੈਲਕੂਲੇਸ਼ਨਸ ਜਿਹੜੀਆਂ ਨੇ। ਪਹਿਲਾ ਟੌਪਿਕ ਆ ਨੰਬਰ ਸਿਸਟਮ, ਦੂਸਰਾ ਟੌਪਿਕ ਆਪਣਾ ਕੈਲਕੂਲੇਸ਼ਨਸ। ਜਦੋਂ ਅਸੀਂ ਨੰਬਰ ਸਿਸਟਮ ਤੇ ਕੈਲਕੂਲੇਸ਼ਨਸ 'ਚ ਪੂਰੇ ਸ਼ੋਰ ਹੋ ਗਏ ਕਿ ਆ 2 ਚੈਪਟਰ ਸਾਨੂੰ ਹੁਣ ਆਉਂਦੇ ਆ। ਠੀਕ ਆ। ਫਿਰ ਆਪਾਂ ਨੂੰ ਕੋਈ ਵੀ ਕੈਲਕੂਲੇਸ਼ਨ ਕੱਢਣੀ ਆ ਗਈ ਬਸ, ਫਿਰ ਉਸ ਤੋਂ ਬਾਅਦ ਆਪਾਂ ਮੈਥ ਦੇ ਉਹਨਾਂ ਚੈਪਟਰ 'ਤੇ ਚੜ੍ਹ ਜਾਵਾਂਗੇ ਜਿਹੜੇ ਕਿ ਸਿੰਪਲ ਇੰਟਰਸਟ, ਕੰਪਾਊਂਡ ਇੰਟਰਸਟ, ਉਹ ਤਾਂ ਆਪੇ ਹੋ ਜਾਂਦੇ ਆ ਜਦੋਂ ਕੈਲਕੂਲੇਸ਼ਨਸ ਹੀ ਆ ਜਾਣਾ ਆਪਾਂ ਨੂੰ ਇੱਕ ਵਾਰ। ਠੀਕ ਆ। ਸੋ ਲੈਟਸ ਸਟਾਰਟ ਫਰੋਮ ਯੂਨਿਟ ਡਿਜਿਟ। ਠੀਕ ਆ। ਯੂਨਿਟ ਡਿਜਿਟ ਕੀ ਹੁੰਦਾ ਹੈ ਹੁਣ ਇਹ ਦੇਖਦੇ ਆਪਾਂ। ਹੁਣ ਆ ਜਾਓ ਜੀ। ਜਿਵੇਂ ਸਪੋਜ਼ ਕਰੋ ਕਿਸੇ ਨੇ ਸਾਨੂੰ ਕਹਿਤਾ ਕਿ 243। ਠੀਕ ਆ ਜੀ। 243 ਕੋਈ ਨੰਬਰ ਲਿਖਿਆ ਹੋਇਆ ਹੈ। ਠੀਕ ਆ। ਹੁਣ ਦੇਖੋ ਆਪਾਂ ਪੜ੍ਹਦੇ ਹਾਂ ਪੰਜਾਬੀ 'ਚ ਵੀ ਇਕਾਈ, ਦਹਾਈ, ਸੈਂਕੜਾ। ਇੰਗਲਿਸ਼ 'ਚ ਆਪਾਂ ਪੜ੍ਹਦੇ ਹਾਂ ਦਿਸ ਇਜ਼ ਯੂਨਿਟ ਪਲੇਸ। ਕਿਹੜੀ ਪਲੇਸ ਆ? ਯੂਨਿਟ ਪਲੇਸ। ਜਿਹੜਾ ਨੰਬਰ ਖੱਬੇ ਪਾਸੇ ਸੱਜਾ ਪਾਸਾ ਹੋ ਗਿਆ, ਜਿਹੜਾ ਉਸ ਪਾਸੇ ਨੰਬਰ ਲਿਖਿਆ ਹੁੰਦਾ ਉਹਨੂੰ ਯੂਨਿਟ ਪਲੇਸ ਕਹਿੰਦੇ ਆ। ਜਿਹੜਾ ਦੂਜੇ ਨੰਬਰ 'ਤੇ ਲਿਖਿਆ ਹੁੰਦਾ ਉਹਨੂੰ ਕਹਿੰਦੇ ਆ ਟੈਂਸ ਪਲੇਸ। ਕਿਹੜੀ? ਟੈਂਸ ਪਲੇਸ। ਜਿਹੜਾ ਤੀਜੇ ਪਾਸੇ ਲਿਖਿਆ ਹੁੰਦਾ ਇਹਨੂੰ ਕਹਿੰਦੇ ਆ ਹੰਡਰਡਸ ਪਲੇਸ। ਚੌਥਾ ਲਿਖਿਆ ਹੋਊਗਾ ਜਿਹੜਾ ਉਹਨੂੰ ਥਾਊਜ਼ੈਂਡਸ ਪਲੇਸ। ਕੀ ਕਹਿੰਦੇ ਆ? ਥਾਊਜ਼ੈਂਡਸ ਪਲੇਸ। ਉਦਾਹਰਨ ਦੇ ਤੌਰ 'ਤੇ ਮੰਨ ਲਓ ਇੱਥੇ 1 ਲਿਖਿਆ ਹੋਇਆ ਹੈ। ਠੀਕ ਆ। ਤਾਂ ਇਹ ਕੀ ਆ ਜਾਊਗਾ ਆਪਣੇ ਕੋਲ? ਥਾਊਜ਼ੈਂਡਸ ਪਲੇਸ। ਠੀਕ ਆ ਜੀ। ਇਹ ਗੱਲ ਸਮਝ ਆ ਗਈ ਸਾਰਿਆਂ ਨੂੰ ਕਿ ਹੰਡਰਡਸ ਪਲੇਸ ਕੀ ਆ, ਥਾਊਜ਼ੈਂਡ ਪਲੇਸ ਕੀ ਆ। ਤੁਸੀਂ ਕਹੋਗੇ ਇਹ ਕਿਉਂ ਕੀਤਾ ਆਪਾਂ? ਹੁਣ ਬੜੀ ਇੰਪੋਰਟੈਂਟ ਗੱਲ ਆ। ਜੇ ਮੈਨੂੰ ਕੋਈ ਕਵੇ ਕਿ ਬਈ 1243 ਲਿਖ ਕੇ ਦਿਖਾਓ, ਕਿੰਨਾ ਲਿਖ ਕੇ ਦਿਖਾਓ? 1243 ਲਿਖ ਕੇ ਦਿਖਾਓ। ਉਹ ਬੰਦਾ ਸਾਰੀ ਉਮਰ ਨਹੀਂ ਲਿਖ ਸਕਦਾ ਜਿਹਨੂੰ ਇਹ ਨਹੀਂ ਪਤਾ ਕਿ ਆ ਇਕਾਈ ਆ, ਆ ਦਹਾਈ ਆ, ਆ ਸੈਂਕੜਾ ਹੈ ਤੇ 10 1000 ਆ।
ਜਿਹਨੂੰ ਇਹ ਨਹੀਂ ਪਤਾ ਕਿ ਇਹ ਯੂਨਿਟ ਪਲੇਸ ਆ, ਟੈਂਸ ਪਲੇਸ ਆ, ਹੰਡਰਡਸ ਪਲੇਸ ਆ ਤੇ 1000 ਪਲੇਸ ਆ। ਆਖਰ ਮੈਂ ਇਹ ਗੱਲ ਕਿਵੇਂ ਕਹਿਤੀ ਕਿ ਜਿਹੜੇ ਬੰਦੇ ਨੂੰ ਇਹੀ ਨਹੀਂ ਪਤਾ ਉਹ ਨਹੀਂ ਲਿਖ ਸਕਦਾ, ਉਹਦਾ ਇੱਕ ਕਾਰਨ ਆ। ਇਹ ਦੱਸੋ 1243 ਲਿਖਣਾ ਬਹੁਤ ਔਖਾ ਹੈ, ਕਿਵੇਂ ਭਲਾ? ਸਭ ਤੋਂ ਪਹਿਲਾਂ ਇਹ ਦੱਸੋ, ਜਦੋਂ ਮੈਂ ਉੱਧਰੋਂ ਲਿਖਣਾ ਸ਼ੁਰੂ ਕੀਤਾ ਸਭ ਤੋਂ ਵੱਡਾ 1000 ਵਾਲਾ ਸੀ ਕਿ 100 ਵਾਲਾ ਸੀ ਕਿ 10 ਵਾਲਾ ਨੰਬਰ ਆ? 1000 ਵਾਲਾ। 1000 ਵਾਲੇ ਅੰਕ ਤੇ ਕੀ ਪਿਆ ਹੈ? ਕੀ ਪਿਆ ਹੈ 1000 ਵਾਲੇ ਤੇ? 1 ਕੇ 2 ਕੇ 4 ਕੇ 3? 1। ਜਿਹੜਾ 1 ਆ ਉਹ 1000 ਵਾਲੇ ਨੰਬਰ ਤੇ ਪਿਆ ਨਾ, ਉਹਨੂੰ ਚੁੱਪ ਕਰਕੇ 1000 ਨਾਲ ਗੁਣਾ ਕਰ ਦਿਓ। ਕਿੰਨੇ ਨਾਲ? 1000 ਨਾਲ। 100 ਵਾਲੇ ਤੇ ਕਿਹੜਾ ਪਿਆ ਹੈ? 100 ਵਾਲੇ ਤੇ 2। ਜਿਹੜਾ 100 ਵਾਲੇ ਤੇ ਪਿਆ ਹੈ ਉਹਨੂੰ 100 ਨਾਲ ਗੁਣਾ ਕਰ ਦਿਓ। 10 ਵਾਲੇ ਤੇ ਕਿਹੜਾ ਪਿਆ ਹੈ? 4। ਉਹਨੂੰ 10 ਨਾਲ ਗੁਣਾ ਕਰ ਦਿਓ। ਤੇ ਯੂਨਿਟੀ ਦਾ ਮਤਲਬ ਹੁੰਦਾ 1। ਉੱਤੇ ਕਿਹੜਾ ਪਿਆ ਹੈ? ਉਹਨੂੰ 1 ਨਾਲ ਗੁਣਾ ਕਰ ਦਿਓ। ਉਹਨੂੰ ਕਿੰਨੇ ਨਾਲ ਗੁਣਾ ਕਰ ਦਿਓ? 1 ਨਾਲ। ਠੀਕ ਆ, ਦੱਸੋ ਕੀ ਕੈਲਕੂਲੇਸ਼ਨ ਹੋ ਕੇ ਆਈਏ? 1000 ਪਲੱਸ 200 ਪਲੱਸ 40 ਪਲੱਸ 3। 1000 ਤੇ 200 ਕਿੰਨਾ ਹੁੰਦਾ ਹੈ? 1200। 1200 ਤੇ 40 ਕਿੰਨਾ ਹੁੰਦਾ ਹੈ? 1240। 1240 ਤੇ 3 ਕਿੰਨਾ ਹੁੰਦਾ ਹੈ? 1243। ਇੱਕ ਗੱਲ ਸਮਝ ਆਈ ਕਿ ਨੰਬਰ ਲਿਖਣਾ ਕਿੰਨਾ ਔਖਾ ਹੈ। ਆਖਰ ਸਾਨੂੰ ਘੱਟੋ ਘੱਟ ਇਹੀ ਨਹੀਂ ਸੀ ਪਤਾ ਪਹਿਲਾਂ ਕਿ ਇੱਕ ਨੰਬਰ ਨੂੰ ਕਿਵੇਂ ਲਿਖਿਆ ਜਾਂਦਾ ਹੈ। ਜੇ ਸਮਝ ਆ ਗਈ ਸਾਰਿਆਂ ਨੂੰ? ਜੇ ਮੈਂ ਕੋਈ ਇਹ ਕਹਾਂ ਤੁਹਾਨੂੰ ਕਿ ਮੈਨੂੰ 729 ਲਿਖ ਕੇ ਦਿਖਾਓ, 729 ਲਿਖ ਕੇ ਦਿਖਾਓ। 729 ਐਵੇਂ ਆ, ਡੱਬਿਆਂ 'ਚ ਬੰਦ ਆ। ਠੀਕ ਆ, 9 ਯੂਨਿਟ ਪਲੇਸ ਤੇ ਆ, 2 ਟੈਂਸ ਪਲੇਸ ਤੇ ਆ ਤੇ 7 ਕਿਹੜੇ ਪਲੇਸ ਤੇ ਆ? ਹੰਡਰਡਸ ਪਲੇਸ ਤੇ ਆ। ਠੀਕ ਆ, ਇਕਾਈ ਦਾ ਹੀ ਸੈਂਕੜਾ। 7 ਨੂੰ ਕਿੰਨੇ ਨਾਲ ਗੁਣਾ ਕਰੂੰਗਾ? 100 ਨਾਲ। 2 ਨੂੰ ਕਿੰਨੇ ਨਾਲ ਕਰੂੰਗਾ? 10 ਨਾਲ। ਤੇ 9 ਨੂੰ ਕਿੰਨੇ ਨਾਲ ਕਰੂੰਗਾ? 1 ਨਾਲ। ਦੱਸੋ ਕੀ ਬਣ ਗਿਆ? 700 ਪਲੱਸ 20 ਪਲੱਸ 9 ਕਿੰਨਾ ਬਣ ਗਿਆ? 729। ਗੱਲ ਕਲੀਅਰ ਆ? ਠੀਕ ਆ, ਮੰਨ ਲਓ ਮੈਂ ਤੁਹਾਨੂੰ ਹੁਣ ਆ ਸਮਝ ਆ ਗਈ ਸਾਰਿਆਂ ਨੂੰ ਗੱਲ? ਮੰਨ ਲਓ ਮੈਂ ਤੁਹਾਨੂੰ ਇਹ ਕਹਾਂ ਕਿ ਮੈਨੂੰ 2 ਅੰਕਾਂ ਦੀ ਸੰਖਿਆ ਲਿਖ ਕੇ ਦਿਖਾਓ। ਇੰਗਲਿਸ਼ 'ਚ ਕਹਿੰਦੇ ਆ 2 ਡਿਜਿਟ ਨੰਬਰ, ਪੰਜਾਬੀ 'ਚ ਕਹਿੰਦੇ ਆ 2 ਅੰਕਾਂ ਦੀ ਸੰਖਿਆ। 2 ਡਿਜਿਟ ਨੰਬਰ। ਮੈਂ ਇੱਕ 2 ਡਿਜਿਟ ਨੰਬਰ ਆ ਰਿਹਾ ਜੀ, 2 ਡਿਜਿਟ ਨੰਬਰ। ਇੱਥੇ x ਆ, ਇੱਥੇ y ਆ। ਦੱਸੋ ਜੀ ਇਹਨੂੰ ਕਿਵੇਂ ਲਿਖੂੰਗਾ? ਮੇਰੇ ਕੋਲ ਇੱਥੇ ਮਤਲਬ ਇਮੇਜਿਨ ਕਰੋ ਆ ਇਹ ਨੰਬਰ 2 ਡਿਜਿਟ ਨੰਬਰ ਐਵੇਂ ਦਾ ਹੈ, 2 ਡਿਜਿਟ ਨੰਬਰ। ਇਹਨੂੰ ਕਿਵੇਂ 3 ਨੂੰ ਕਿੰਨੇ ਨਾਲ ਗੁਣਾ ਕਰੂੰਗਾ? 3 ਨੂੰ ਕਿੰਨੇ ਨਾਲ? 10 ਨਾਲ। ਤੇ 7 ਨੂੰ 1 ਨਾਲ। ਕਿੰਨਾ ਆ ਗਿਆ? 37। ਸਿੱਧਾ ਜੇ ਮੈਂ ਇਹ ਕਹਦਾ ਕਿ ਇਹਨੂੰ ਐ ਲਿਖ ਸਕਦੇ ਆ 3 × 7, ਇਕੱਠੇ ਨਹੀਂ ਲਿਖ ਸਕਦੇ ਕਿਉਂਕਿ ਮੈਥ 'ਚ ਜੇ ਆਪਾਂ 2 ਨੰਬਰਾਂ ਦੇ ਵਿੱਚ ਕੁਛ ਨਾ ਪਾਈਏ ਫਿਰ ਮੈਥ ਇਹ ਮੰਨ ਲੈਂਦਾ ਹੈ ਕਿ ਇਹ ਦੋਵੇਂ ਨੰਬਰ ਆਪਸ 'ਚ ਗੁਣਾ ਹੋ ਰਹੇ ਆ। ਮੈਥ ਦਾ ਇੱਕ ਸਿਧਾਂਤ ਆ, ਪ੍ਰਿੰਸੀਪਲ ਆ ਕਿ ਮੈਥ 3 × 7 ਨੂੰ 3 × 7 ਹੀ ਮੰਨ ਲੈਂਦਾ ਹੈ। ਕੀ ਤੁਸੀਂ ਇਹਨੂੰ ਸਿੱਧਾ x × y ਲਿਖ ਸਕਦੇ ਹੋ ਜਾਂ xy ਇਕੱਠਾ ਲਿਖ ਸਕਦੇ ਹੋ? ਨਹੀਂ। ਜੇ ਤੁਸੀਂ ਇਹਨੂੰ ਨੰਬਰ ਦਾ ਰੂਪ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਪਤਾ ਕੀ ਕਹੋਗੇ? ਮੈਂ x ਨੂੰ ਕਿੰਨੇ ਨਾਲ ਗੁਣਾ ਕਰਾਂ? 10 ਨਾਲ। ਤੇ y ਨੂੰ ਕਿੰਨੇ ਨਾਲ ਗੁਣਾ ਕਰਾਂ? 1 ਨਾਲ। ਕਿੰਨੇ ਨਾਲ? 1 ਨਾਲ। ਤੇ 10 × x ਮੈਥ 'ਚ ਹੁੰਦਾ 10x। ਕਿੰਨਾ ਹੁੰਦਾ ਹੈ? 10 × x ਹੁੰਦਾ ਹੈ 10x। ਤੇ 1 × y ਕਿੰਨਾ ਹੁੰਦਾ ਹੈ? 1y। ਅਸਲ ਦੇ ਵਿੱਚ ਸੋਚ ਕੇ ਦੇਖੋ, 2 ਅੰਕਾਂ ਦੀ ਸੰਖਿਆ, ਇੱਕ 2 ਡਿਜਿਟ ਨੰਬਰ, ਇੱਕ 2 ਡਿਜਿਟ ਨੰਬਰ। ਇੱਕ 2 ਡਿਜਿਟ ਨੰਬਰ ਨੂੰ ਲਿਖਣ ਦਾ ਤਰੀਕਾ ਅੱਜ ਸਾਨੂੰ ਪਹਿਲੀ ਵਾਰੀ ਪਤਾ ਲੱਗਿਆ। ਅਸੀਂ x ਤੇ y ਲਿਖ ਦਿਆ ਕਰਦੇ। 2 ਡਿਜਿਟ ਨੰਬਰ ਨੂੰ ਲਿਖਣ ਦਾ ਅਸਲੀ ਤਰੀਕਾ ਹੀ ਆ ਹੈ ਕਿ 10x + y। ਹਾਂ, ਜੇ ਤੁਸੀਂ y ਇੱਥੇ ਲਿਖਤੀ ਤੇ x ਇੱਥੇ ਲਿਖਤੀ ਫਿਰ ਉਸੇ ਨੂੰ 10y + x ਵੀ ਲਿਖ ਲੋਗੇ। ਤੁਸੀਂ ਕਹੋਗੇ ਕਿ ਆ ਸਾਨੂੰ ਕਿਉਂ ਸਿਖਾਇਆ ਗਿਆ ਹੈ? ਬਸ ਇਹ ਕਿਸੇ ਨਾ ਕਿਸੇ ਜਗ੍ਹਾ ਤੇ ਅੱਗੇ ਕੰਮ ਆਉਣਾ ਹੈ, ਇਹ ਅੱਜ ਤਾਂ ਸਿਖਾਇਆ ਹੈ। ਕਦੀ ਵੀ ਤੁਹਾਨੂੰ 2 ਡਿਜਿਟ ਨੰਬਰ ਜ਼ਿੰਦਗੀ 'ਚ ਲਿਖਣਾ ਪੈ ਜੇ, ਠੀਕ ਆ, ਤੁਸੀਂ ਬਹੁਤ ਸੋਚ ਕੇ ਕਿ ਹਾਂ 2 ਡਿਜਿਟ ਨੰਬਰ ਐਵੇਂ ਲਿਖੀਦਾ ਹੈ। ਉਦਾਹਰਨ ਤੁਹਾਨੂੰ ਮੈਂ ਦੇ ਹੀ ਦਿੱਤੀ ਹੈ ਕਿ ਉਵੇਂ ਕਿਉਂ ਲਿਖੀਦਾ ਹੈ। ਠੀਕ ਆ ਨਾ? ਇੱਕ 2 ਡਿਜਿਟ ਨੰਬਰ ਨੂੰ ਲਿਖਣ ਦਾ ਤਰੀਕਾ ਕੀ ਆ? ਕਿਉਂਕਿ ਇਹ ਗੱਲ ਤਾਂ ਬੜੀ ਕਲੀਅਰ ਆ ਜਦੋਂ ਅਸੀਂ ਕਹਿ ਦਿੰਦੇ ਆ ਕਿ ਸਾਨੂੰ ਮੈਥ ਨਹੀਂ ਆਉਂਦਾ। ਠੀਕ ਆ, ਸਾਨੂੰ ਕੋਈ ਨਾ ਕੋਈ ਬੰਦਾ ਸ਼ਾਰਟਕਟਸ ਦੀ ਲੇਅਰ ਤੇ ਚੜਾ ਕੇ ਮੈਥ ਤੇ ਸਵਾਰ ਤਾਂ ਕਰ ਦਿੰਦਾ ਹੈ। 1 ਸਾਲ ਬਾਅਦ ਪੇਪਰਾਂ ਦਾ ਪੈਟਰਨ ਬਦਲ ਜਾਂਦਾ ਹੈ। ਪੇਪਰ ਮੈਥ 'ਚ ਕੋਈ ਹੋਰ ਸਬਜੈਕਟ ਦੀ ਜਗ੍ਹਾ ਤੇ ਕੁਝ ਚੈਪਟਰਾਂ ਦੀ ਜਗ੍ਹਾ ਤੇ ਕੁਝ ਹੋਰ ਆਉਣ ਲੱਗ ਪੈਂਦਾ ਹੈ। ਪੰਗਾ ਉੱਥੇ ਪੈ ਜਾਂਦਾ ਕਿ ਸਾਡੇ ਕੋਲ ਆਹ ਮੈਥ ਨਹੀਂ ਨਿਕਲ ਰਿਹਾ। ਨਿਕਲਣਾ ਕੀ ਆ? ਬੇਸਿਕਸ ਜਿਹੜੇ ਆ ਉਹਨਾਂ ਤੋਂ ਅਸੀਂ ਭੱਜੇ ਹੁੰਦੇ ਆ। ਸ਼ਾਰਟਕਟ ਜਿੰਨੇ ਮਰਜ਼ੀ ਵਰਤੋ, ਪਰ ਗੱਲ ਸਿਰਫ ਇੰਨੀ ਕਾ ਕਿ ਮੈਥ ਦਾ ਬੇਸ ਤਾਂ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਹੈ। ਤੇ ਨਾਲੇ ਤੁਸੀਂ ਲਿਟਰਲੀ ਇਹ ਵੀ ਗੱਲ ਮੰਨ ਕੇ ਚੱਲੋ, ਪੇਪਰਾਂ ਦੇ ਵਿੱਚ ਜਾ ਕੇ ਜਦੋਂ ਪੇਪਰ ਔਖਾ ਆ ਜਾਂਦਾ ਹੈ ਤੇ ਮੈਥ ਉਹਨਾਂ ਦਾ ਹੀ ਨਿਕਲਦਾ ਹੈ।
ਜਿਨ੍ਹਾਂ ਦਾ ਮੈਥ ਬਹੁਤ ਜ਼ਿਆਦਾ ਵਧੀਆ ਹੁੰਦਾ, ਠੀਕ ਹੈ। ਸੋ ਪਲੀਜ਼ ਇਹਨੂੰ ਸ਼ੁਰੂ ਤੋਂ ਹੀ ਸਿੱਖ ਲਓਗੇ ਤਾਂ ਜ਼ਿਆਦਾ ਵਧੀਆ ਗੱਲ ਆ, ਫਾਇਦੇ 'ਚ ਰਹੋਗੇ, ਠੀਕ ਹੈ। ਸੋ ਬਿਨਾਂ ਟਾਈਮ ਖਰਾਬ ਕਰੇ ਹੁਣ ਆਪਾਂ ਯੂਨਿਟ ਪਲੇਸ ਤੇ ਟੈਨਸ ਪਲੇਸ ਹੰਡਰਡਸ ਪਲੇਸ ਵਾਲੀ ਕਹਾਣੀ ਹੈ ਜਿਹੜੀ ਉਹਨੂੰ ਅੱਗੇ ਲੈ ਕੇ ਜਾਂਦੇ ਆ, ਠੀਕ ਆ। ਜੇ ਕੋਈ ਮੈਨੂੰ ਇਹ ਕਵੇ ਕਿ 1848 ਆ, ਠੀਕ ਆ, 1848 ਆ, ਤਾਂ ਕੋਈ ਮੈਨੂੰ ਇਹ ਕਵੇ ਕਿ ਇਹਦੀ 1848 ਨਹੀਂ ਲਿਖਣਾ ਆਪਾਂ, 1847 ਆ, ਠੀਕ ਆ। 1847 ਚ ਯੂਨਿਟ ਪਲੇਸ ਤੇ ਕਿਹੜਾ ਨੰਬਰ ਪਿਆ ਹੋਇਆ? 7। ਟੈਨਸ ਪਲੇਸ ਤੇ ਕਿਹੜਾ ਪਿਆ ਹੈ? 4। ਹੰਡਰਡਸ ਪਲੇਸ ਤੇ ਕਿਹੜਾ ਪਿਆ ਹੈ? 8। ਤੇ ਥਾਊਜ਼ੈਂਡਸ ਪਲੇਸ ਤੇ ਕਿਹੜਾ ਪਿਆ ਹੈ? 1। ਆਹੀ ਆ। ਯੂਨਿਟ ਪਲੇਸ ਤੇ ਕੀ ਪਿਆ ਹੈ, ਹੰਡਰਡਸ ਪਲੇਸ ਤੇ ਕੀ ਪਿਆ, ਟੈਨਸ ਪਲੇਸ ਤੇ ਕੀ ਪਿਆ, ਥਾਊਜ਼ੈਂਡਸ ਪਲੇਸ ਤੇ ਕੀ ਪਿਆ ਹੈ। ਅਸੀਂ ਉਹ ਸਾਰੇ ਨੰਬਰ ਲਿਖ ਲਏ ਜਿਹੜੇ ਇੱਥੇ ਪਏ ਹੋਏ ਆ, ਠੀਕ ਆ। ਚੰਗੀ ਤਰ੍ਹਾਂ ਸਾਨੂੰ ਪਤਾ ਲੱਗ ਗਿਆ, ਠੀਕ ਆ। ਹੁਣ ਅੱਜ ਦਾ ਸਾਡਾ ਮਕਸਦ ਇਹ ਆ, ਅਸੀਂ ਅੱਜ ਦੇ ਲੈਕਚਰ 'ਚ ਇਹ ਸਿੱਖਣਾ ਕਿ ਕਿਸੇ ਨੰਬਰ ਦੀ ਯੂਨਿਟ ਪਲੇਸ ਤੇ ਪਏ ਦੀ ਪਹਿਚਾਣ ਕਿਵੇਂ ਕਰਨੀ ਆ। ਕੋਈ ਨੰਬਰ ਆ ਉਹਦੀ ਯੂਨਿਟ ਪਲੇਸ ਤੇ ਕੀ ਆਊਗਾ, ਅਸੀਂ ਉਹਦੀ ਪਹਿਚਾਣ ਕਰਨੀ ਆ। ਤਾਂ ਬਸ ਕਰੀਏ ਸਟਾਰਟ ਆਪਾਂ ਹੁਣ। ਮਤਲਬ ਅੱਜ ਦਾ ਸਾਡਾ ਟੌਪਿਕ ਆ ਹਾਊ ਟੂ ਫਾਈਂਡ ਨੰਬਰ ਐਟ ਯੂਨਿਟ ਪਲੇਸ, ਠੀਕ ਆ। ਇਕਾਈ ਸੰਖਿਆ ਕਿਸੇ ਵੀ ਰਕਮ ਵਿੱਚ ਕਿੰਨੀ ਹੋਵੇਗੀ, ਇਸ ਗੱਲ ਦਾ ਪਤਾ ਕਰਨਾ ਇਹੀ ਆਪਣੇ ਅੱਜ ਦੇ ਚੈਪਟਰ ਦਾ ਏਜੰਡਾ ਹੈ। ਕਰੀਏ ਜੀ। ਲਓ ਜੀ, ਹੁਣ ਆਪਾਂ ਸ਼ੁਰੂ ਕਰਦੇ ਹਾਂ ਇੱਕ ਇੱਕ ਕਰਕੇ ਐਗਜ਼ਾਮਪਲਾਂ। ਪਹਿਲੀ ਐਗਜ਼ਾਮਪਲ ਆ ਕਿ ਜੇ ਮੈਂ 28 ਨੂੰ 47 ਨਾਲ ਗੁਣਾ ਕਰਾਂ, 28 ਨੂੰ 47 ਨਾਲ ਗੁਣਾ ਕਰਾਂ ਤਾਂ ਮੈਨੂੰ ਇਹ ਦੱਸੋ ਯੂਨਿਟ ਪਲੇਸ ਤੇ ਕੀ ਆਊਗਾ। ਬਸ ਯੂਨਿਟ ਪਲੇਸ ਤੇ ਕਿਹੜਾ ਨੰਬਰ ਆਊਗਾ ਬਸ ਇਹ ਦੱਸ ਦਿਓ। ਸਿੱਧੀ ਜੀ ਗੱਲ ਆ, ਇਹਨੂੰ ਇਹਦੇ ਨਾਲ ਗੁਣਾ ਕਰਕੇ ਯੂਨਿਟ ਪਲੇਸ ਤੋਂ ਪਤਾ ਲੱਗ ਜਾਣਾ ਮੈਨੂੰ, ਕਿਉਂਕਿ ਜਦੋਂ ਤੁਸੀਂ 28 ਨੂੰ 47 ਨਾਲ ਗੁਣਾ ਕਰੋਗੇ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ 8 ਨੂੰ 7 ਨਾਲ ਕੀਤਾ ਕਿੰਨਾ ਆ ਗਿਆ 56, 5 7 ਦੂਣੀ 14 ਤੇ 5 19, 8 ਚੌਕੇ 32, 3 ਹਾਸਲ 8 4 ਦੂਣੀ 8 ਤੇ 9 10 11 ਕਿੰਨਾ ਆ ਗਿਆ ਯੂਨਿਟ ਪਲੇਸ ਤੇ 6। ਇਹਦਾ ਮਤਲਬ ਪਤਾ ਕੀ ਹੋਇਆ, ਇਹਦਾ ਮਤਲਬ ਸਿਰਫ ਇਹ ਹੋਇਆ ਕਿ ਇਹਨੂੰ ਇਹਦੇ ਨਾਲ ਗੁਣਾ ਕਰੋ 8 7 56, ਉਹਦਾ ਵੀ ਲਾਸਟ ਵਾਲਾ ਡਿਜਿਟ ਕਿਹੜਾ ਹੈ ਭਲਾ 6 ਆ, ਬਸ ਉਹੀ ਯੂਨਿਟ ਪਲੇਸ ਤੇ ਆ ਜਾਣਾ। ਦੱਸੋ ਜੀ ਗੱਲ ਕਲੀਅਰ ਆ। ਲਓ ਜੀ ਪਹਿਲਾ ਸਵਾਲ ਹੋ ਗਿਆ, ਠੀਕ ਆ। ਨੈਕਸਟ ਅਗਲਾ ਦੱਸ ਦਿਓ, ਠੀਕ ਆ ਜੀ। ਅਗਲਾ ਹੋ ਗਿਆ 28 ਗੁਣਾ 45 ਗੁਣਾ 56 ਗੁਣਾ 7 ਗੁਣਾ 112 ਗੁਣਾ 9 ਗੁਣਾ 47 ਗੁਣਾ 53। ਆ ਲਓ ਜੀ, ਹੁਣ ਕਰੋ ਫਾਈਂਡ ਦੀ ਡਿਜਿਟ ਐਟ ਯੂਨਿਟ ਪਲੇਸ। ਫਾਈਂਡ ਦੀ ਡਿਜਿਟ ਐਟ ਯੂਨਿਟ ਪਲੇਸ ਕਿ ਯੂਨਿਟ ਪਲੇਸ ਤੇ ਕੀ ਆਊਗਾ। 28 ਗੁਣਾ 5 ਗੁਣਾ 56 ਗੁਣਾ 7 ਗੁਣਾ 112 ਗੁਣਾ 9 ਗੁਣਾ 7 ਗੁਣਾ 3। ਲਾਓ ਦਿਮਾਗ, ਜਲਦੀ ਕਰੋ, ਇਹ ਆਪਾਂ ਟਾਈਮ ਲਾਉਣਾ ਹੀ ਨਹੀਂ। ਦੇਖੋ ਇੱਕ ਬੜੀ ਸਿੰਪਲ ਜੀ ਗੱਲ ਆ, ਬਹੁਤ ਸਾਰੇ ਨੰਬਰ ਦਿੱਤੇ ਹੋਏ ਆ। ਤੁਸੀਂ ਇੱਕ ਗੱਲ ਦੱਸੋ, ਇਹਦੇ 'ਚ ਇੱਕ ਨੰਬਰ 5 ਆ, ਯੂਨਿਟ ਪਲੇਸ ਤੇ ਕਿਤੇ 5 ਹੈਗਾ? ਇਕਾਈ ਸੰਖਿਆ ਕਿਤੇ 5 ਹੈਗੀ ਹੈ? ਕਿੱਥੇ ਆ ਭਲਾ? 45 'ਚ। ਕਿੰਨੀ ਆ? 45 'ਚ। 45 'ਚ 5 ਹੈਗੀ ਆ। ਹੁਣ ਜਦੋਂ ਤੁਹਾਨੂੰ ਕਿਤੇ ਇਕਾਈ ਸੰਖਿਆ 5 ਲੱਭ ਜੇ, ਕਿੰਨੀ ਲੱਭ ਜੇ? 5 ਲੱਭ ਜੇ, ਫਿਰ ਉਹਦੇ ਨਾਲ ਤੁਸੀਂ ਇਹ ਵੀ ਦਿਮਾਗ ਲਾਓ ਕਿ ਘੱਟੋ ਘੱਟ ਨਾ 17 18 ਨੰਬਰ ਮਲਟੀਪਲਾਈਜ਼ ਦਿੱਤੇ ਹੋਏ ਆ। ਫਿਰ ਤੁਸੀਂ ਉਹਦੇ ਨਾਲ ਇੱਕ ਚੀਜ਼ ਹੋਰ ਦੇਖੋ ਕਿ ਕਿਤੇ ਕੋਈ ਯੂਨਿਟ ਪਲੇਸ ਤੇ ਈਵਨ ਨੰਬਰ ਪਿਆ। ਈਵਨ ਕਿਹੜਾ ਹੁੰਦਾ ਭਲਾ? 2 4 6 ਜਾਂ 8 10 ਇਹੀ ਹੁੰਦਾ ਈਵਨ। ਪਹਿਲੇ ਈਵਨ ਪਿਆ ਹੈ ਤੇ ਕੀ ਹੈ ਭਲਾ ਯੂਨਿਟ ਪਲੇਸ ਤੇ? 8। ਵਟ ਇਜ਼ 8 ਗੁਣਾ 5? 40। ਉਹ 8 ਗੁਣਾ 5 ਕਿੰਨਾ ਆ ਗਿਆ? 40। ਚਲੋ ਤੁਸੀਂ ਇਹਨੂੰ ਛੱਡੋ, ਆ ਕੀ ਪਿਆ ਹੈ? 6। ਵਟ ਇਜ਼ 5 ਗੁਣਾ 6? 5 ਗੁਣਾ 6 ਕਿੰਨਾ ਹੁੰਦਾ? 30। ਇਹਨੂੰ ਵੀ ਛੱਡੋ। 112 'ਚ ਯੂਨਿਟ ਪਲੇਸ ਕੀ ਆ? 2। ਵਟ ਇਜ਼ 5 ਗੁਣਾ 2? 10। ਇਹਨੂੰ ਵੀ ਛੱਡੋ, ਬਸ ਅੱਗੇ ਤਾਂ ਕੋਈ ਹੈ ਹੀ ਨਹੀਂ। ਤੁਹਾਨੂੰ ਇੱਕ ਗੱਲ ਪਤਾ, 5 ਜਦੋਂ ਵੀ ਕਿਸੇ ਈਵਨ ਨੰਬਰ ਨਾਲ ਗੁਣਾ ਹੁੰਦਾ ਹੈ, ਪਤਾ ਸਾਰਿਆਂ ਨੂੰ ਆ ਗੱਲ ਕਿ 5 ਜਦੋਂ ਵੀ ਕਿਸੇ ਈਵਨ ਨੰਬਰ ਨਾਲ ਗੁਣਾ ਹੁੰਦਾ ਹੈ ਤਾਂ ਉਹ ਕੀ ਬਣ ਜਾਂਦਾ ਹੈ? ਉਹਦਾ ਯੂਨਿਟ ਪਲੇਸ ਤੇ ਕੀ ਆ ਜਾਂਦਾ ਹੈ? ਯੂਨਿਟ ਪਲੇਸ ਤੇ ਹਮੇਸ਼ਾ ਕੀ ਆ ਜਾਂਦਾ ਹੈ? 0। 5 ਗੁਣਾ 6 30, 5 ਗੁਣਾ 8 40, 5 ਗੁਣਾ 2 10, 5 ਗੁਣਾ 4 20, 5 ਗੁਣਾ 5 ਬਸ
ठीक है। ਜਦੋਂ ਵੀ 5 ਕਿਸੇ ਈਵਨ 5 ਕਿਸੇ ਯੂਨਿਟ ਉਹਦੇ ਨਾਲ ਈਵਨ ਨੰਬਰ ਨਾਲ ਮਲਟੀਪਲਾਈ ਹੋਊਗਾ ਤਾਂ ਯੂਨਿਟ ਪਲੇਸ ਤੇ ਕੀ ਆ ਜਾਊਗਾ 0। ਬਸ ਇਹ ਦੱਸ ਦਿਓ ਮੈਨੂੰ, ਜਦੋਂ ਤੁਹਾਨੂੰ ਇਹ ਗੱਲ ਪਤਾ ਲੱਗ ਗਈ ਕਿ ਬਈ ਤੁਹਾਡੇ ਕੋਲ ਕੋਈ ਨੰਬਰ 10 ਬਣ ਗਿਆ, ਸੁਣੋ ਮੇਰੀ ਗੱਲ, 10 ਬਣ ਗਿਆ, ਤੁਹਾਡੇ ਕੋਲ ਕੋਈ ਨੰਬਰ 10 ਬਣ ਗਿਆ ਜਾਂ 20 ਬਣ ਗਿਆ ਜਾਂ 30 ਬਣ ਗਿਆ ਜਾਂ 40 ਬਣ ਗਿਆ ਜਾਂ 50 ਬਣ ਗਿਆ ਜਾਂ 60 ਬਣ ਗਿਆ ਜਾਂ 70 ਬਣ ਗਿਆ ਜਾਂ 80 ਬਣ ਗਿਆ ਜਾਂ 90 ਬਣ ਗਿਆ, ਜਿਹਦੇ 'ਚ 0 ਆ ਜੇ, ਫਿਰ ਭਾਵੇਂ ਤੁਸੀਂ ਉਹਨੂੰ ਕਿੰਨੇ ਨਾਲ ਮਰਜ਼ੀ ਮਲਟੀਪਲਾਈ ਕਰ ਲਓ, ਭਾਵੇਂ ਮਲਟੀਪਲਾਈ ਕਰ ਲਓ 7 ਨਾਲ, ਭਾਵੇਂ 8 ਨਾਲ, ਭਾਵੇਂ 64 ਨਾਲ, ਚਾਹੇ 65 ਨਾਲ। ਬਸ ਮੈਨੂੰ ਇੰਨਾ ਦੱਸੋ, ਜਦੋਂ ਤੁਸੀਂ 65 ਨੂੰ 10 ਨਾਲ ਗੁਣਾ ਕਰੋਗੇ ਮਗਰ ਫਿਰ ਕਿੰਨਾ ਆਊਗਾ 0। 65 ਨੂੰ ਭਾਵੇਂ ਤੁਸੀਂ 40 ਨਾਲ ਗੁਣਾ ਕਰ ਲਓ ਫਿਰ ਵੀ ਮਗਰ ਕਿੰਨਾ ਆਊਗਾ 0। ਭਾਵੇਂ ਤੁਸੀਂ 65 ਨੂੰ 80 ਨਾਲ ਗੁਣਾ ਕਰ ਲਓ ਤਾਂ ਵੀ ਯੂਨਿਟ ਪਲੇਸ ਤੇ ਕੀ ਆਊਗਾ। ਇੱਕ ਵਾਰ ਤੁਹਾਡਾ ਈਵਨ ਪਲੇਸ ਤੇ 0 ਆ ਗਿਆ, ਯੂਨਿਟ ਪਲੇਸ ਤੇ 0 ਆ ਗਿਆ, ਬਾਅਦ ਚੋਂ ਬਦਲਦਾ ਨਹੀਂ ਕਦੀ, ਫਿਰ ਉਹਨੇ ਸਾਰਿਆਂ ਨਾਲ ਉਹੀ ਰਹਿਣਾ ਹੈ। ਮੇਰੀ ਗੱਲ ਸਮਝ ਗਏ ਨਾ? ਕਿਉਂਕਿ ਆਪਾਂ ਨਹੀਂ ਕਹਿ ਦਿੰਦੇ ਕਿ ਯਾਰ ਆ ਰਿਹਾ ਜੀ 643 ਦੇ ਮਗਰ 5 ਆ ਕੋਈ ਨੰਬਰ ਆ, ਇਹਨੂੰ 70 ਨਾਲ ਗੁਣਾ ਕਰ ਦਿਓ। ਕਿੰਨੇ ਨਾਲ ਗੁਣਾ ਕਰ ਦਿਓ? 70 ਨਾਲ। ਜਦੋਂ ਤੁਸੀਂ ਇਹਨੂੰ 70 80 90 100 ਨਾਲ ਗੁਣਾ ਕੀਤੀ, ਚਾਹੇ 10 ਚਾਹੇ 20 ਨਾਲ, ਬਸ ਇਹ ਦੱਸੋ ਲਾਸਟ ਡਿਜਿਟ ਕੀ ਰਹੂਗਾ 0। ਲਾਸਟ ਡਿਜਿਟ ਤਾਂ 0 ਹੋ ਹੀ ਜਾਣਾ ਹੈ। ਤੁਸੀਂ ਕੀ ਟ੍ਰਿਕ ਵਰਤੀ? ਪਹਿਲਾਂ ਤਾਂ 5 ਨੂੰ 8 ਨਾਲ ਗੁਣਾ ਕਰ ਲਿਆ ਜਾਂ ਕਿਸੇ ਈਵਨ ਨੰਬਰ ਨਾਲ, ਇਹ ਬਣ ਗਿਆ ਕੀ ਭਲਾ 0। ਜਦੋਂ ਇੱਕ ਵਾਰ ਯੂਨਿਟ ਪਲੇਸ ਤੇ 0 ਆ ਗਿਆ ਫਿਰ ਤਾਂ ਉਹਨੇ 0 ਰਹਿਣਾ ਹੀ ਰਹਿਣਾ ਹੈ। ਆਹ ਦੱਸੋ ਜੀ ਗੱਲ ਸਮਝ ਆ ਗਈ? ਇਟ ਮੀਨਸ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਹਾਂ ਯੂਨਿਟ ਪਲੇਸ ਤੇ ਵਾਕਈ 0 ਕਿਵੇਂ ਪਤਾ ਲੱਗਿਆ ਆਪਾਂ ਨੂੰ। ਸਮਝ ਆ ਗਈ ਇਹ ਗੱਲ? ਕਲੀਅਰ ਹੈ ਗੱਲ? ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਸਟੋਰੀ 'ਚ ਇਹ ਪਤਾ ਲੱਗ ਗਿਆ ਕਿ ਐਡੀ ਵੱਡੀ ਰਕਮ 'ਚ ਕਿਤੇ ਕਨਫਿਊਜ਼ ਹੋਣ ਦੀ ਲੋੜ ਨਹੀਂ। ਤੇ ਨਾਲੇ ਜੇ ਕੋਈ ਮੈਨੂੰ ਕਹਿ ਦੇ ਕਿ ਬਈ ਹਾਂਜੀ ਇਹ ਕਿੰਨੇ ਕੁ ਟ੍ਰਿਕ ਆ, ਤੇ ਮੈਂ ਕਹਿਦਾ ਕਿ ਇਹ 7-8 ਟ੍ਰਿਕ ਆ, ਤੁਸੀਂ ਯਾਦ ਕਰ ਲਿਓ। ਤੁਹਾਨੂੰ ਪਤਾ ਪੇਪਰ 'ਚ ਉਹਨੇ ਪੇਪਰ ਪਾਉਣ ਵਾਲੇ ਨੂੰ 7-8 ਟ੍ਰਿਕਾਂ 'ਚੋਂ ਨਹੀਂ ਪਾਉਣਾ, ਉਹਨੇ ਤੁਹਾਡਾ ਦਿਮਾਗ ਕਿਤੇ ਹੋਰ ਫੇਰ ਲਵਾ ਲੈਣਾ, ਤੇ ਤੁਹਾਨੂੰ ਉੱਥੇ ਪਤਾ ਹੋਣਾ ਚਾਹੀਦਾ ਕਿ ਇੱਥੇ ਕੀ ਸੋਚਣਾ ਹੈ। ਆਹ ਗੱਲ ਸਮਝ ਆ ਗਈ ਨਾ? ਹੁਣ ਦੇਖਦੇ ਹਾਂ ਇੱਕ ਹੋਰ ਪੇਪਰ ਵਾਲਾ ਤੁਹਾਨੂੰ ਕਿਵੇਂ ਕਨਫਿਊਜ਼ ਕਰ ਸਕਦਾ ਹੈ। ਹਜੇ ਤਾਂ ਸ਼ੁਰੂ ਆ ਕੰਮ, ਹਜੇ ਤਾਂ ਬੇਸਿਕਸ ਜੇ ਕਰ ਰਹੇ ਆਪਾਂ। ਜੇ ਕੋਈ ਮੈਨੂੰ ਕਵੇ ਕਿ 2 ਦੀ ਪਾਵਰ 'ਚ 7 ਆ, 2 ਦੀ ਪਾਵਰ 'ਚ, ਠੀਕ ਆ, 2 ਦੀ ਘਾਤ 7 ਆ, ਠੀਕ ਆ, ਤਾਂ 2 ਰੇਜ਼ ਟੂ ਪਾਵਰ 7 ਆ, ਇਹਦਾ ਯੂਨਿਟ ਪਲੇਸ ਤੇ ਕੀ ਹੋਊਗਾ? ਯੂਨਿਟ ਪਲੇਸ ਤੇ ਦੇਖੋ 2 ਦੂਣੀ 4, 4 ਦੂਣੀ 8, 8 ਦੂਣੀ 16, ਦੂਣੀ 32, ਦੂਣੀ 64, ਦੂਣੀ 128। ਇਹਦਾ ਆਨਸਰ ਕਿੰਨਾ ਆ ਗਿਆ? 128। ਆਨਸਰ ਹੀ ਕੱਢ ਲਿਆ ਮੈਂ 128, ਤੇ ਯੂਨਿਟ ਪਲੇਸ ਤੇ ਕੀ ਆ 8 ਆਨਸਰ ਆ ਗਿਆ। ਠੀਕ ਆ, ਇੱਥੋਂ ਤੱਕ ਤਾਂ ਜੱਚ ਗਿਆ, ਬਿਲਕੁਲ ਜੱਚ ਗਿਆ। ਜੇ ਤੁਹਾਨੂੰ ਕਿਸੇ ਨੇ ਕਹਿਤਾ ਕਿ 28 ਦੀ ਪਾਵਰ 2 ਕਿੰਨਾ ਹੋਊਗਾ? 28 ਦੀ ਪਾਵਰ 2 ਤਾਂ ਯੂਨਿਟ ਪਲੇਸ ਤੇ ਕੀ ਆਊਗਾ? 28 ਨੂੰ 28 ਨਾਲ ਗੁਣਾ ਕਰਿਓ, ਕਿੰਨਾ ਆਉਂਦਾ? ਹਾਂਜੀ 600? ਨਾ 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 ਐਨਾ ਕਰੋ ਨਾ, 676 ਤਾਂ 26 ਨੂੰ 26 ਨਾਲ ਗੁਣਾ ਕਰਕੇ ਆਉਂਦਾ। 28 ਨੂੰ 28 ਨੂੰ 8 8 64 ਆ, ਲਾਸਟ 4 ਆਉਣਾ, ਘੱਟੋ ਘੱਟ 724 ਤਾਂ ਆਉਣਾ ਚਾਹੀਦਾ। ਕਿੰਨਾ ਹੈ 28 ਗੁਣਾ 28? ਕਰਿਓ ਕੈਲਕੂਲੇਟਰ ਤੇ ਕਰ ਲਓ। ਵਟ ਇਜ਼ 784? ਕਿੰਨਾ ਆ ਗਿਆ? 784 ਆ ਗਿਆ। ਤਾਂ ਲਾਸਟ ਯੂਨਿਟ ਡਿਜਿਟ ਤੇ ਕੀ ਆ ਗਿਆ? 4। ਆ ਗੱਲ ਸਮਝ ਆ ਗਈ? ਜੇ ਤੁਹਾਨੂੰ ਕਿਸੇ ਨੇ ਕਹਿਤਾ ਕਿ 243 ਦੀ ਪਾਵਰ 242 ਦੀ ਪਾਵਰ 37 ਆ, ਯੂਨਿਟ ਪਲੇਸ ਤੇ ਕੀ ਆਊਗਾ? 242 ਦੀ ਪਾਵਰ 37। ਹੁਣ ਉਲਝ ਗਿਆ ਕੰਮ। ਹੁਣ ਇੱਥੇ ਦਿਮਾਗ ਲੱਗੂਗਾ ਕਿ ਹਾਂ ਅਸੀਂ ਕਿਵੇਂ ਕਰ ਸਕਦੇ ਹਾਂ। ਠੀਕ ਆ, ਹੁਣ ਆਪਾਂ ਨੂੰ ਸਮਝਣ ਦੀ ਲੋੜ ਆ। ਇੱਕ ਗੱਲ ਦੱਸੋ, ਆ ਜਿਹੜੇ ਨੰਬਰ ਇੱਥੇ ਤੇ ਇੱਥੇ ਪਏ ਆ, ਇਹਨਾਂ ਨੇ ਕੋਈ ਯੂਨਿਟ ਪਲੇਸ 'ਚ ਰੋਲ ਅਦਾ ਕਰਨਾ ਹੈ? ਨਾ, ਯੂਨਿਟ ਪਲੇਸ 'ਚ ਸਿਰਫ ਇਸੇ ਦਾ ਹੀ ਰੋਲ ਆ ਜਿਹੜਾ ਯੂਨਿਟ ਪਲੇਸ ਤੇ ਪਿਆ ਹੈ। ਚੱਕਰ ਇਸੇ ਦਾ ਹੀ ਪੈਣਾ ਹੈ ਜਿਹੜਾ ਸਭ ਤੋਂ ਪਹਿਲੇ ਵਾਲਾ ਹੈ, ਹੋਰ ਤਾਂ ਕਿਸੇ ਦਾ ਚੱਕਰ ਪੈਣਾ ਨਹੀਂ। ਹੁਣ ਆਪਾਂ 242 ਦੀ ਪਾਵਰ 37 ਕਰਨੀ ਆ। 242 ਦੀ ਪਾਵਰ ਆਪਾਂ ਕਿੰਨੀ ਚੈੱਕ ਕਰਨੀ ਆ? 37। ਹੁਣ ਆਪਾਂ ਨਵੇਂ ਸਿਰੋਂ ਕਰਦੇ ਹਾਂ, ਇਹਨੂੰ ਸਾਈਡ ਤੇ ਲਿਖ ਲਓ ਕਿ ਬਈ ਸਾਡਾ ਇੱਕ ਸਵਾਲ ਸੀਗਾ 242 ਦੀ ਪਾਵਰ ਕਿੰਨਾ? 37। ਸਾਨੂੰ ਇਹ ਪਤਾ ਹੋਣਾ ਚਾਹੀਦਾ ਜੀ ਇਹ ਕਿਵੇਂ ਆ। 242 ਦੀ ਪਾਵਰ 37 ਅਸੀਂ ਕੱਢਣਾ ਹੈ ਕਿਵੇਂ ਆ। ਪਰ ਇੱਕ ਗੱਲ ਸੁਣੋ ਹੁਣ ਮੇਰੀ ਗੱਲ, ਸ਼ੁਰੂ ਵਾਲੇ 2 ਤੇ 4 ਦਾ ਕੋਈ ਫਰਕ ਹੈਗਾ? ਇਹਨੂੰ ਕੱਟ ਦਈਏ ਕਿ ਇਹਦਾ ਕੋਈ ਮਤਲਬ ਨਹੀਂ ਹੈਗਾ।
ਯਾਰ ਯੂਨਿਟ ਪਲੇਸ ਦਾ ਇਕਾਈ ਸੰਖਿਆ ਪਤਾ ਕਰਨ ਵਾਸਤੇ ਇਹਦਾ ਕੋਈ ਰੋਲ ਹੈਗਾ ਨਹੀਂਗਾ, ਸਿਰਫ ਰੋਲ ਕਿਹਦਾ ਹੈ ਲਾਸਟ ਵਾਲੇ ਡਿਜਿਟ ਦਾ, ਤੇ ਉਹ ਕਿੰਨਾ ਹੈ ਬਸ ਆਹ ਚੱਕਰ ਆ, ਸਿਰਫ ਇੰਨਾ ਹੀ ਪਤਾ ਕਰਨਾ ਮੈਂ 2 ਦੀ ਪਾਵਰ 'ਚ ਜੇ 37 ਆ ਤੇ ਯੂਨਿਟ ਪਲੇਸ ਤੇ ਕੀ ਆਊਗਾ। ਕਲੀਅਰ ਹੈ ਗੱਲ, ਸੋਚ ਕੇ ਦੱਸਿਓ। ਜੇ 2 ਦੀ ਪਾਵਰ 'ਚ 1 ਹੋਵੇ, ਜੇ 2 ਦੀ ਪਾਵਰ 'ਚ 1 ਹੋਵੇ ਤਾਂ ਯੂਨਿਟ ਪਲੇਸ ਤੇ ਕੀ ਆਉਂਦਾ ਹੈ 2। ਜੇ 2 ਦੀ ਪਾਵਰ 'ਚ 2 ਹੋਵੇ ਤਾਂ ਯੂਨਿਟ ਪਲੇਸ ਤੇ ਕੀ ਆਉਂਦਾ ਹੈ। ਜੇ 2 ਦੀ ਪਾਵਰ 'ਚ 3 ਹੋਵੇ ਤਾਂ ਯੂਨਿਟ ਪਲੇਸ ਤੇ ਕੀ ਆਉਂਦਾ ਹੈ 8। ਤੇ ਜੇ 2 ਦੀ ਪਾਵਰ 4 ਹੋਵੇ ਤਾਂ ਯੂਨਿਟ ਪਲੇਸ ਤੇ ਕੀ ਆਉਂਦਾ ਹੈ 6। 2 ਦੂਣੀ 4 ਦੂਣੀ 8 ਦੂਣੀ 16 ਤੇ ਯੂਨਿਟ ਪਲੇਸ ਤੇ ਕੀ ਆ ਗਿਆ 6। ਜੇ 2 ਦੀ ਪਾਵਰ 'ਚ 5 ਹੋਵੇ ਫਿਰ ਯੂਨਿਟ ਪਲੇਸ ਤੇ ਕੀ ਆਉਂਦਾ ਹੈ 16 ਗੁਣਾ 2, ਇੱਕ ਵਾਰੀ ਹੋਰ ਕਰ ਦਿਓ 32 ਤੇ ਕਿੰਨਾ ਆ ਗਿਆ 2। ਜੇ 2 ਦੀ ਪਾਵਰ 'ਚ 6 ਹੋਵੇ ਤਾਂ 32 ਨੂੰ ਇੱਕ ਵਾਰੀ ਹੋਰ 2 ਨਾਲ ਗੁਣਾ ਕਰ ਦਿਓ 64 ਤੇ ਯੂਨਿਟ ਪਲੇਸ ਤੇ ਕਿੰਨਾ ਆ ਗਿਆ। ਤੇ 2 ਦੀ ਪਾਵਰ 'ਚ ਜੇ 7 ਹੋਵੇ ਫਿਰ ਕਿੰਨਾ ਆਉਂਦਾ ਹੈ 64 ਨੂੰ ਇੱਕ ਵਾਰੀ 2 ਨਾਲ ਹੋਰ ਗੁਣਾ ਕਰ ਦਿਓ ਕਿੰਨਾ ਆ ਗਿਆ 128 ਕਿੰਨਾ ਆ ਗਿਆ। ਤੇ 2 ਦੀ ਪਾਵਰ 'ਚ 8 ਤੇ ਕਿੰਨਾ ਆਉਂਦਾ ਹੈ, ਉਹਨੂੰ 128 ਨੂੰ 2 ਨਾਲ ਕਰ ਦਿਓ 256। ਠੀਕ ਆ, ਆਹੀ ਆ, ਉਹ ਆਹੀ ਆਊਗਾ 2 4 8 6 ਆਹੀ ਆ 2 4 8 6। ਅੱਗੇ ਤਾਂ ਕੁਛ ਨਹੀਂ ਗਾ ਹੁਣ। 2 ਦੀ ਪਾਵਰ 9 ਤੇ ਕੀ ਆਊਗਾ, 2 ਦੀ ਪਾਵਰ 'ਚ 10 ਕੀ ਆਊਗਾ, 2 ਦੀ ਪਾਵਰ 'ਚ 11 ਕੀ ਆਊਗਾ, ਤੇ 2 ਦੀ ਪਾਵਰ 'ਚ 12 ਤੇ ਕੀ ਆਊਗਾ। ਠੀਕ ਆ, ਕਿੰਨੇ ਕਿੰਨਿਆਂ ਦਾ ਟੋਲਾ ਜਿਹਾ ਬਣ ਗਿਆ ਆਪਾਂ ਕਹਿ ਦਈਏ, ਜੇ 4 4 ਦੀ ਟੋਲੀ ਬਣ ਗਈ। ਠੀਕ ਆ, ਹੁਣ ਇੱਕ ਗੱਲ ਦੱਸੋ, ਜੇ 2 ਦੀ ਪਾਵਰ 13 ਹੋਵੇ ਫਿਰ ਕੀ ਆਊਗਾ 2। ਤੇ ਜੇ 2 ਦੀ ਪਾਵਰ 13 ਹੋਵੇ ਤਾਂ ਕੀ ਆਊਗਾ 2 ਦੀ ਪਾਵਰ 13 ਤੇ 2 ਆਊਗਾ। 2 ਦੀ ਪਾਵਰ 15 ਤੇ ਕੀ ਆਊਗਾ 2 ਦੀ ਪਾਵਰ 15 ਤੇ ਕੀ ਆਊਗਾ 14 ਛੱਡ ਦਿੰਦਾ ਮੈਂ। 2 ਦੀ ਪਾਵਰ 15 ਤੇ ਕੀ ਆਊਗਾ, ਇਹ ਕਿਵੇਂ ਪਤਾ ਲੱਗਿਆ ਕਿ 2 ਦੀ ਪਾਵਰ 15 ਤੇ 8 ਆ ਗਿਆ। 4 ਨਾਲ ਕੀਤਾ ਡਿਵਾਈਡ, ਜਿੰਨਾ ਵੀ ਆ 15 ਹੈ। 2 ਦੀ ਪਾਵਰ 'ਚ ਕਿੰਨਾ ਸੀਗਾ 15, 15 ਨੂੰ ਕਿੰਨੇ ਨਾਲ ਡਿਵਾਈਡ ਕੀਤਾ 4 ਨਾਲ। ਉਹ 15 ਨੂੰ ਕਿੰਨੇ ਨਾਲ ਡਿਵਾਈਡ ਕੀਤਾ 4 ਨਾਲ, ਕਿੰਨੇ ਤੇ ਗਿਆ 3 ਤੇ। ਵਾਧੂ ਕਿੰਨਾ ਬਚਿਆ, ਉਹ ਵਾਧੂ ਕਿੰਨਾ ਬਚਿਆ, ਜਿੰਨਾ ਵਾਧੂ ਬਚਿਆ ਬਸ ਉੱਥੋਂ ਨੋਟ ਕਰ ਲਿਆ। ਜੇ ਵਾਧੂ 1 ਬਚਿਆ ਤਾਂ 2, ਤੇ ਜੇ ਵਾਧੂ 2 ਬਚਿਆ ਤਾਂ 4, ਤੇ ਜੇ ਵਾਧੂ 3 ਬਚਿਆ ਤੇ 8, ਜੇ ਵਾਧੂ 4 ਬਚਿਆ ਤੇ 6। ਮਤਲਬ ਸਾਨੂੰ ਇੱਕ ਗੱਲ ਸਮਝ ਆ ਗਈ ਕਿ ਜੇ 2 ਦੀ ਪਾਵਰ 'ਚ ਕੁਝ ਵੀ ਦਿੱਤਾ ਹੋਵੇ x ਦਿੱਤਾ ਹੋਵੇ, ਜੇ 2 ਦੀ ਪਾਵਰ 'ਚ ਕੀ ਦਿੱਤਾ ਹੋਵੇ x, ਇੱਥੇ ਕਿੰਨਾ ਦਿੱਤਾ ਸੀ 2 ਦੀ ਪਾਵਰ 'ਚ 37, ਤਾਂ ਇੰਗਲਿਸ਼ 'ਚ ਇਹ ਲਿਖਿਆ ਜਾ ਸਕਦਾ ਹੈ ਕਿ x ਨੂੰ x ਇਜ਼ ਡਿਵਾਈਡਡ ਬਾਏ 4। x ਨੂੰ ਕਿਹਦੇ ਨਾਲ ਡਿਵਾਈਡ ਕਰ ਲਓ 4 ਨਾਲ, ਤੇ ਕੀ ਫਾਈਂਡ ਕਰ ਲਓ ਤੇ ਰਿਮਾਈਂਡਰ ਪਤਾ ਕਰ ਲਓ ਕਿੰਨਾ ਹੈ। x ਨੂੰ 4 ਨਾਲ ਕੀ ਕਰ ਲਓ ਡਿਵਾਈਡ ਕਰ ਲਓ, ਤੇ ਕੀ ਪਤਾ ਕਰ ਲਓ ਰਿਮਾਈਂਡਰ। ਜੇ ਤੁਸੀਂ ਆ ਕੱਢ ਲਿਆ, ਤੁਸੀਂ ਆਪ ਦੱਸੋ ਯਾਰ 2 ਦੀ ਪਾਵਰ 'ਚ ਤੁਸੀਂ 11 ਪਤਾ ਕਰਨਾ ਸੀਗਾ। ਠੀਕ ਆ, ਤੁਸੀਂ ਕੀ ਕੀਤਾ 11 ਨੂੰ ਤੁਸੀਂ ਇਹ ਪਤਾ ਕਰਨਾ ਸੀ ਕਿ 2 ਦੀ ਪਾਵਰ 'ਚ 6 ਤੇ ਕਿੰਨਾ ਆਊਗਾ। ਤੁਸੀਂ 6 ਨੂੰ ਕਿੰਨੇ ਨਾਲ ਡਿਵਾਈਡ ਕੀਤਾ 4 ਨਾਲ, 4 ਏਕਮ 4 ਤੇ ਰਿਮਾਈਂਡਰ ਕਿੰਨਾ ਆਇਆ 2। ਜੇ ਰਿਮਾਈਂਡਰ 2 ਆ ਗਿਆ ਤੇ 2 ਦੀ ਪਾਵਰ 'ਚ 2 ਕਿੰਨਾ ਹੁੰਦਾ ਹੈ 4। ਆ ਦੇਖੋ 4 ਆ ਗਿਆ। 2 ਦੇ ਕੇਸ 'ਚ ਯੂਨਿਟ ਪਲੇਸ ਤੇ ਜੇ ਕੁਝ ਪਤਾ ਕਰਨਾ ਹੈ ਤਾਂ ਸਭ ਤੋਂ ਵਧੀਆ ਟ੍ਰਿਕ ਕੀ ਆ, ਸਭ ਤੋਂ ਵਧੀਆ ਟ੍ਰਿਕ ਇਹ ਆ ਕਿ x ਨੂੰ ਕਿੰਨੇ ਨਾਲ ਪਤਾ ਕਰ ਡਿਵਾਈਡ ਕਰ ਲਓ 4 ਨਾਲ, ਤੇ ਕੀ ਪਤਾ ਕਰ ਲਓ ਭਲਾ ਰਿਮਾਈਂਡਰ, ਤੇ ਰਿਮਾਈਂਡਰ ਤੋਂ ਪਤਾ ਕਰੋ। ਆਹ ਸੁਣੋ ਮੇਰੀ ਗੱਲ, ਆਹ ਲਾਈਨ ਲਿਖ ਲਓ ਬਸ ਇੱਥੇ ਕਿ 2 ਦੇ ਕੇਸ 'ਚ x ਨੂੰ 4 ਨਾਲ ਡਿਵਾਈਡ ਕਰੋ ਤੇ ਰਿਮਾਈਂਡਰ ਪਤਾ ਕਰੋ, ਤੇ ਜੇ ਰਿਮਾਈਂਡਰ 1 ਆ ਤਾਂ 2 ਦੀ ਪਾਵਰ 1 ਤਾਂ ਯੂਨਿਟ ਪਲੇਸ ਤੇ ਕੀ ਆਊਗਾ 2। ਜੇ ਰਿਮਾਈਂਡਰ 2 ਆ ਤਾਂ 2 ਦੀ ਪਾਵਰ 2 ਯੂਨਿਟ ਪਲੇਸ ਤੇ ਕੀ ਆਊਗਾ 4। ਤੇ ਜੇ 3 ਜਵਾਬ ਆਇਆ ਤਾਂ 2 ਦੀ ਪਾਵਰ 3 ਕਿੰਨਾ ਆਊਗਾ 8, ਤੇ ਜੇ 2 ਦੀ 4 ਆ ਗਿਆ ਤਾਂ ਫਿਰ ਕਿੰਨਾ ਆਊਗਾ 6। ਆਹ ਦੱਸੋ ਜੀ, ਗੱਲ ਕਲੀਅਰ ਆ, ਗੱਲ ਕਲੀਅਰ ਹੋ ਗਈ ਨਾ 2 ਦੇ ਕੇਸ 'ਚ। ਹੁਣ ਆਪਾਂ ਬੜੀ ਆਸਾਨੀ ਨਾਲ ਆਹ ਲਾਈਨ ਲਿਖ ਲਈ, ਉਸ ਤੋਂ ਬਾਅਦ ਆਹ ਲਿਖ ਲਓ। ਠੀਕ ਆ, ਕਿਉਂਕਿ ਸਾਰਿਆਂ ਦਾ ਐਵੇਂ ਹੀ ਆ। ਹੁਣ ਇੱਕ ਗੱਲ ਦੱਸੋ 2 ਦਾ ਕਿੰਨੇ ਕਿੰਨੇ ਦਾ ਟੋਲਾ ਬਣਿਆ ਜਾਂ ਕਿੰਨੇ ਕਿੰਨਿਆਂ ਦੇ ਟੋਲੀ ਬਣੀ ਆ 2 ਦੇ ਕੇਸ 'ਚ 4 ਦੀ। ਤੁਸੀਂ ਖੁਦ ਦੇਖੋਗੇ ਕਿ ਕਿੰਨੇ ਤੋਂ ਅੱਗੇ ਰਿਪੀਟ ਕਰ ਗਿਆ। 2 ਦੇ ਕੇਸ 'ਚ ਕਿੰਨੇ ਤੋਂ ਰਿਪੀਟ ਕੀਤਾ ਸੀਗਾ 4 ਬਾਅਦ, ਤਾਂ ਤੁਸੀਂ ਭਾਗ ਕਿੰਨੇ ਨਾਲ ਕੀਤਾ ਹੈ 4 ਨਾਲ। ਜੇ ਕੋਈ 5 ਬਾਅਦ ਰਿਪੀਟ ਕਰੂਗਾ ਤਾਂ ਤੁਸੀਂ ਡਿਵਾਈਡ ਕਿੰਨੇ ਨਾਲ ਕਰਕੇ ਦੇਖ ਲਓਗੇ 5 ਨਾਲ। ਜੇ ਕੋਈ 7 ਨਾਲ ਜਿੰਨੇ ਬਾਅਦ ਰਿਪੀਟ ਕਰੂਗਾ ਤੁਸੀਂ ਉਨੇ ਬਾਅਦ ਡਿਵਾਈਡ ਕਰਕੇ ਦੇਖ ਲੈਣਾ ਹੈ। ਪਰ 2 ਦੇ ਕੇਸ 'ਚ ਆਪਾਂ ਨੂੰ ਪਤਾ ਲੱਗ ਗਿਆ ਕਿੰਨੇ ਨਾਲ ਡਿਵਾਈਡ ਕਰਨਾ ਹੈ 4 ਨਾਲ। ਲਓ ਜੀ, ਜੇ ਕਰਨਾ ਆ ਗਿਆ ਡਿਵਾਈਡ ਤਾਂ ਫਿਰ ਮੈਨੂੰ ਇਹ ਦੱਸੋ
5 3 ਦੀ ਪਾਵਰ 737 ਕਿੰਨਾ ਆਊਗਾ यूनिट प्लेस ते की आऊगा। पहली गल ये दसो पहले 3 अखर तो भुल ही जाया करो कि पावर चा 2 बई 2 की पावर आए बाकी तो भुल ही जाओ सारा कि 2 की पावर च 737 है तो 2 वाले का सानू रूल पता है कि जो कुछ की पावर च दिता होया है रूल ये कहता है जो भी कुछ उसकी पावर च दिता होया उन्होंने किन्ने नाल डिवाइड कर लो जो भी कुछ उसकी पावर च दिता होया है उन्होंने किन्ने नाल डिवाइड कर लो 4 नाल कर लिया जो भी कुछ उसकी पावर च दिता है उन्होंने 4 नाल डिवाइड किया 4 1 4 3 3 आही आ 4 1 4 3 3 8 ते गया की आ गया 32 1 7 4 ते गया की आ गया 16 ते रिमाइंडर कितना बचया 1 ਇਹਦਾ मतलब आ सारे हिसाब किताब जिहदा जवाब आ गया 2 की पावर 1 कितना आऊगा आंसर कितना आ गया 2 जे 2 की पावर च 2 आ जाता रिमाइंडर 2 आ जाता फिर आंसर कितना आता 4 तो जे 2 की पावर च 3 आ जाता फिर की आ जाता आंसर 8 2 दूनी 4 दूनी 8 भावें याद कर लो भावें 2 नूं 3 बार गुणा करके देख लो तो जे 2 की पावर 4 आ जाता फिर की आंसर आ जाता 6 आ दसो जी आ 2 वाले टेंशन खत्म जे आपां नूं मगर 2 आ गया तो टेंशन खत्म हो गई ना ठीक है बई आपां एक सवाल भी कढ़ के देख लिया आ देखो 5432 की पावर च 737 होवे तो यूनिट प्लेस ते 2 आऊगा असीं कढ़ना सीख लिया हुण आपां दूसरा करते हैं एक डिविजिबिलिटी चैक कर ली आपां मतलब यूनिट प्लेस चैक कर लिया आपां 2 का तो 2 तो बाद हुण कायदे के हिसाब नाल आपां नूं कित्थे चलना चाहिए 3 ते आ जाओ हुण एक गल दसो 3 की पावर च 1 होवे तो यूनिट प्लेस ते की आऊगा 3 3 की पावर च 2 होवे तो यूनिट प्लेस ते की आऊगा 9 3 की पावर च 3 होवे तो यूनिट प्लेस ते की आऊगा 7 3 तीए 9 9 तीए 27 3 की पावर च 4 होवे तो की आऊगा 81 कितना आऊगा 1 3 तीए 9 तीए 27 तीए 81 1 आऊगा तो जे 3 की पावर च 5 होवे फिर की आऊगा ਉਹਨੂੰ फिर अगे 81 ਨੂੰ 3 ਨਾਲ गुणा कर लो 243 तो कितना आऊगा 3 3 की पावर 6 होवे तो बस अगे दसन की लोड़ ही नहीं ये दसो ਇਹਦਾ ਜਿਹੜਾ ਟੋਲਾ ਜਿਹਾ ਬਣਿਆ ਹੈ ਇਹ ਕਿੰਨੇ ਵਾਲਾ ਬਣਿਆ ਹੈ 4 ਵਾਲਾ बस ਇਹਨੂੰ ਵੀ 3 ਦੇ ਕੇਸ 'ਚ ਵੀ ਕਿੰਨੇ ਨਾਲ ਡਿਵਾਈਡ ਕਰਾਂਗੇ 4 ਨਾਲ ਇੱਕ ਸਵਾਲ ਕਰਕੇ ਦਿਖਾਓਗੇ ਹੁਣ बवंजा 113 की पावर च 529 सब नूं पता इन्हां दी कोई वैल्यू नहीं गी ये पता ना हाँ हुण जिहड़ा उपर 529 आ उहनूं 3 नाल डिवाइड करना कि 4 नाल बस ये देख लिया करो कि किन्नियां दा पेयर है 3 दे केस च भी उपर लाइन लिख लो कि जे हुण आ लाइन ना तुसीं आप लिखनी उपर कि जे 3 की पावर दे विच x होवे बई x नूं किन्ने नाल डिवाइड करना आपां डिवाइड बाय 4 एंड फाइंड रिमाइंडर पता करो आही आ ठीक है तो जे 1 आ गया तो 3 2 आ गया 9 3 आ गया हाँ जी 3 नाल भा करिए पहला 3 1 3 2 2 7 ते गया 21 1 9 6 ते गया 18 1 ओहो हो सवाल 3 वाला मतलब 3 थोड़ा कर देंगे 4 नाल 4 1 4 1 2 3 ते गया 12 कट्टिया गया ऊपर 9 आ गया 4 दूनी 8 1 आ गया ठीक है कितना आ गया रिमाइंडर अपने कोल 1 1 आ गया तो 3 की पावर 1 कितना हुंदा है 3 मतलब कि रिमाइंडर कितना आ गया अपने कोल 3 आ समझ आ गई इट मीनस आपां पहला 2 वाला कंसैप्ट समझने की कोशिश की है तो 2 वाले कंसैप्ट को समझने तो बाद असी नैक्सट समझने की कोशिश की है 3 वाला कंसैप्ट चलिए जी आप अगे बिना टाइम खराब करे हुण चक्को 4 वाला आ जाओ जी 4 बस ये दसो 4 की पावर 1 कितना हुंदा है तो 4 की पावर 1 तो 4 की पावर 2 6 तुसीं कहोगे वैसे तो 4 की पावर 2 16 हुंदा पर मैनूं सिर्फ किहड़े डिजिट नाल इंटरस्ट आ यूनिट डिजिट नाल तो कितना है 6 तो 4 की पावर 3 कितना हुंदा है 4 की पावर 3 कितना हुंदा है तो 4 की पावर 4 6
4 ਨੂੰ 4 ਨਾਲ ਗੁਣਾ ਕਰ ਲਓ, 4 ਚੌਕੇ 16 ਚੌਕੇ 64 ਤੇ 64 ਦੋ ਕੀ 256, ਫਿਰ 6 ਆ ਗਿਆ। ਜੇ 4 ਦੇ ਪਾਵਰ 'ਚ 5 ਹੋਊਗਾ ਫਿਰ ਵੀ ਕਿੰਨਾ ਆਊਗਾ, ਤੇ 6 'ਚ ਕਿੰਨਾ ਆਊਗਾ 6। ਬਸ ਮੈਨੂੰ ਇੰਨਾ ਦੱਸ ਦਿਓ, ਜੇ ਯੂਨਿਟ ਪਲੇਸ ਤੇ 4 ਹੋਵੇ ਕਿੰਨੇ ਨਾਲ ਭਾਗ ਕਰਾਂਗੇ, ਜੇ 4 ਦੀ ਪਾਵਰ 'ਚ x ਹੋਵੇ ਤਾਂ ਡਿਵਾਈਡਡ ਬਾਏ ਕਿੰਨਾ 2 ਐਂਡ ਕੀ ਲੱਭਾਂਗੇ ਰਿਮਾਈਂਡਰ। ਫਿਰ ਆਪਾਂ ਰਿਮਾਈਂਡਰ ਕਿਉਂ 2 2 ਦਾ ਹੀ ਜੋੜਾ ਬਣਿਆ ਤੁਹਾਡੇ ਸਾਹਮਣੇ ਆ ਯਾਰ, ਮੈਂ ਤਾਂ ਕਹਿ ਹੀ ਨਹੀਂ ਰਿਹਾ ਕਿ ਬਈ ਤੁਸੀਂ ਰੱਟਾ ਮਾਰਨਾ ਹੈ ਕਿ 4 ਦੇ ਕੇਸ ਐਂ ਕਰ ਲਿਓ, ਰੱਟਾ ਮਾਰ ਲਓ, 6 ਦੇ ਕੇਸ ਇਹਨਾਂ ਨਾਲ ਡਿਵਾਈਡ ਕਰ ਲਓ। ਮੈਂ ਤਾਂ ਦੱਸ ਰਿਹਾ, ਮੈਨੂੰ ਤਾਂ ਆਪ ਨਹੀਂ ਪਤਾ ਕਿ 4 ਦੇ ਕੇਸ 'ਚ ਕਿੰਨਿਆਂ ਨੂੰ ਡਿਵਾਈਡ ਕਰਨਾ ਪਊਗਾ। ਠੀਕ ਆ ਜੀ, ਹੁਣ ਇਹ ਦੱਸੋ ਕਿ ਜੇ ਆਪਾਂ ਨੂੰ ਕਿਸੇ ਨੇ ਕਹਿਤਾ 234 ਦੀ ਪਾਵਰ 531 ਆ, 234 ਦੀ ਪਾਵਰ 531 ਆ। ਠੀਕ ਆ ਜੀ, ਇਹ ਪਹਿਲੇ 2 ਨੰਬਰਾਂ ਦੀ ਤਾਂ ਕੋਈ ਇਹਨਾਂ ਦੀ ਤਾਂ ਕੋਈ ਵੈਲਿਊ ਨਹੀਂ ਹੁੰਦੀ, ਇਹ ਵਾਕਈ 4 ਵਾਲਾ ਕੇਸ ਹੀ ਆ, ਪਤਾ ਹੀ ਹੈ ਨਾ। ਤੇ 4 ਦੀ ਪਾਵਰ ਹੋਵੇ ਤਾਂ ਚੁੱਪ ਕਰਕੇ 531 ਨੂੰ ਕਿੰਨੇ ਨਾਲ ਡਿਵਾਈਡ ਕਰਾਂਗੇ ਆਪਾਂ 2 ਨਾਲ। ਠੀਕ ਆ, ਇਹ ਆਪਾਂ ਨੂੰ ਪਤਾ ਹੈ ਕਿ ਸਿੱਧਾ ਜੇ ਆਪਾਂ ਹਿਸਾਬ ਲਾਈਏ 26 ਦੇ ਗਿਆ 52, 1 1 5 ਤੇ ਗਿਆ 10, ਰਿਮਾਈਂਡਰ ਕਿੰਨਾ ਆ ਗਿਆ 1, ਤੇ ਇਹਦਾ ਆਨਸਰ ਕਿੰਨਾ ਹੋਣਾ ਚਾਹੀਦਾ 4। ਇਹਦਾ ਮਤਲਬ ਇਸ ਸਵਾਲ ਦਾ ਜਵਾਬ ਹੋਣਾ ਚਾਹੀਦਾ ਕਿੰਨਾ 1। ਆਹ ਦੱਸੋ ਸਮਝ ਆ ਗਈ। ਮੈਨੂੰ ਇਹ ਵੀ ਪਤਾ ਲੱਗ ਗਿਆ ਕਿ ਜੇ 2 ਦੀ ਪਾਵਰ 'ਚ ਸਮਥਿੰਗ ਹੋਵੇ ਤਾਂ ਯੂਨਿਟ ਪਲੇਸ ਤੇ ਨੰਬਰ ਕਿਵੇਂ ਕੱਢੀਦਾ, 3 ਦੀ ਪਾਵਰ 'ਚ ਸਮਥਿੰਗ ਹੋਵੇ ਤਾਂ ਯੂਨਿਟ ਪਲੇਸ ਤੇ ਨੰਬਰ ਕਿਵੇਂ ਕੱਢੀਦਾ, 4 ਦੀ ਪਾਵਰ 'ਚ ਸਮਥਿੰਗ ਹੋਵੇ ਤਾਂ ਯੂਨਿਟ ਪਲੇਸ ਤੇ ਨੰਬਰ ਕਿਵੇਂ ਕੱਢੀਦਾ। ਹੁਣ ਅਗਲਾ ਕਿਹੜਾ ਆ ਗਿਆ ਆਪਣੇ ਕੋਲ 5। ਆ ਜਾਓ ਫਿਰ 5 ਦੀ ਪਾਵਰ 'ਚ 1 ਤੇ 5 ਦੀ ਪਾਵਰ 'ਚ 2। 5 ਦੀ ਪਾਵਰ 'ਚ 2 ਦਾ ਕੀ ਮਤਲਬ ਹੁੰਦਾ 5 ਗੁਣਾ 5 ਕਿੰਨਾ ਹੋ ਗਿਆ 25, ਯੂਨਿਟ ਪਲੇਸ ਤੇ ਕੀ ਆ ਗਿਆ, ਤੇ 5 ਦੀ ਪਾਵਰ 'ਚ 3 125। ਬਸ ਇਹ ਗੱਲ ਯਾਦ ਰੱਖਿਓ ਕਿ ਜੇ 5 ਦੀ ਪਾਵਰ 'ਚ x ਹੋਵੇ, ਠੀਕ ਆ, ਯੂਨਿਟ ਪਲੇਸ ਇਜ਼ 5। ਬਸ ਕੋਈ ਡਿਵਾਈਡ ਕਰ ਲੋੜ ਹੀ ਨਹੀਂ ਡਿਵਾਈਡ ਕਰਨ ਦੀ, ਮੇਰੀ ਗੱਲ ਸਮਝ ਗਏ। ਬਸ ਇਹ ਦੱਸੋ ਕਿ ਜੇ ਮੈਨੂੰ ਕੋਈ ਇਹ ਕਹਿ ਦੇ 8100 ਇਹਦੀ ਪਾਵਰ ਦੇ ਵਿੱਚ 437 ਆ, 8,12,565 ਦੀ ਪਾਵਰ 'ਚ 437 ਆ, ਬਾਕੀ ਸਾਰੇ ਅੱਖਰ ਕੱਟ ਦੋ। ਕਿੰਨੇ ਦੀ ਪਾਵਰ ਦਾ ਸਵਾਲ ਹੈ 5 ਦੀ ਪਾਵਰ ਦਾ। 5 ਦੀ ਪਾਵਰ 'ਚ ਜੋ ਮਰਜ਼ੀ ਹੋਵੇ ਯੂਨਿਟ ਪਲੇਸ ਤੇ ਨੰਬਰ ਕੀ ਆਊਗਾ 5। 5 ਦੀ ਪਾਵਰ 'ਚ ਜੋ ਮਰਜ਼ੀ ਹੋਵੇ ਯੂਨਿਟ ਪਲੇਸ ਤੇ ਨੰਬਰ ਹਮੇਸ਼ਾ ਕੀ ਆਵੇਗਾ 5 ਆਊਗਾ। ਆ ਦੱਸੋ ਪੱਲੇ ਪੈ ਗਈ। 5 ਦੀ ਪਾਵਰ 'ਚ ਜੋ ਮਰਜ਼ੀ ਹੋਵੇ ਤੇ ਯੂਨਿਟ ਪਲੇਸ ਤੇ ਨੰਬਰ ਹਮੇਸ਼ਾ ਕੀ ਆਉਣਾ ਹੈ 5 ਆਉਣਾ ਹੈ। ਠੀਕ ਹੈ ਜੀ, 2 ਪਤਾ ਲੱਗ ਗਿਆ, 1 ਪਤਾ ਲੱਗ ਗਿਆ, ਸੌਰੀ 3 ਪਤਾ ਲੱਗ ਗਿਆ, 4 ਪਤਾ ਲੱਗ ਗਿਆ, 5 ਪਤਾ ਲੱਗ ਗਿਆ। ਹੁਣ ਕਿਹੜੇ ਤੇ ਆ ਗਏ ਆਪਾਂ 6 ਤੇ। ਆ ਜਾਓ 6 ਦੀ ਪਾਵਰ 'ਚ 1 6, 6 ਦੀ ਪਾਵਰ 2, 6 × 6 ਕਿੰਨਾ ਹੁੰਦਾ 36। 36 ਦਾ ਆਪਾਂ ਨੂੰ ਕੀ ਚਾਹੀਦਾ 6। 6 ਦੀ ਪਾਵਰ 'ਚ 3, 36 ਨੂੰ 6 ਨਾਲ ਗੁਣਾ ਕਰ ਲਓ ਫਿਰ ਵੀ ਕਿੰਨਾ ਆਊਗਾ 6। ਇਹ ਵੀ 6 ਦਾ ਵੀ ਕਹਾਣੀ ਕਲੀਅਰ ਹੀ ਹੈ ਕਿ ਜੇ 6 ਦੀ ਪਾਵਰ 'ਚ ਕੁਝ ਵੀ ਹੋਵੇ x ਆ, x ਜੇ 6 ਦੀ ਪਾਵਰ 'ਚ ਕੁਝ ਵੀ ਹੋਵੇ ਤਾਂ ਯੂਨਿਟ ਪਲੇਸ ਹਮੇਸ਼ਾ ਕੀ ਹੋਊਗੀ 6। ਯੂਨਿਟ ਪਲੇਸ ਬਿਨਾਂ ਸੋਚੇ 6 ਹੀ ਹੋਊਗੀ ਕਿਉਂਕਿ ਇਹਦੇ ਵੀ ਕੋਈ ਫਰਕ ਨਹੀਂ ਪੈ ਰਿਹਾ। 36 36 ਨੂੰ 6 ਨਾਲ ਕੀਤਾ 200 ਜੋ ਮਰਜ਼ੀ ਕੱਢ ਲਓ ਯਾਰ, 200 ਜੋ ਵੀ ਆਇਆ ਆਨਸਰ ਨੂੰ ਇਹ ਵੀ ਨਹੀਂ ਪਤਾ, ਜਾਂ ਜੋ ਵੀ ਆਊਗਾ ਆਪਣੇ ਕੋਲ ਉਹੀ ਆਊਗਾ। ਠੀਕ ਆ 6 ਹੀ ਆਊਗਾ, ਇਹ 'ਚ ਕੋਈ ਸਵਾਲ ਹੈ ਹੀ ਬਣਦਾ ਹੀ ਨਹੀਂ ਆਪਾਂ ਨੂੰ। ਜਿਵੇਂ ਆਪਾਂ ਨੂੰ ਕਿਸੇ ਨੇ ਕਹਿਤਾ 2146 ਦੀ ਪਾਵਰ 'ਚ 512 ਹੋਵੇ ਤਾਂ ਆਨਸਰ ਯੂਨਿਟ ਪਲੇਸ ਤੇ ਕੀ ਆਊਗਾ 6। ਉਦਾਹਰਨ ਦੇ ਤੌਰ ਤੇ ਕਿ ਜੇ ਯੂਨਿਟ ਪਲੇਸ ਤੇ ਹੀ ਆਪਣੇ ਕੋਲ 6 ਆ, ਠੀਕ ਆ, ਜੇ ਯੂਨਿਟ ਪਲੇਸ ਤੇ ਹੀ ਆਪਣੇ ਕੋਲ 6 ਆ ਤਾਂ ਆਪਾਂ ਨੂੰ ਇੱਕ ਗੱਲ ਪਤਾ ਲੱਗ ਗਈ ਕਿ 6 ਆ ਮਗਰਲੇ 3 ਨੰਬਰਾਂ ਦੀ ਕੋਈ ਵੈਲਿਊ ਹੈ ਹੀ ਨਹੀਂ। ਠੀਕ ਆ, ਪਰਲੇ ਪਾਸੇ ਵਾਲਿਆਂ ਦੀ ਤਾਂ ਵੈਲਿਊ ਇਕੱਲੇ ਕਿਹਦੀ ਆ 6, ਤੇ 6 ਕੀ ਦੀ ਪਾਵਰ 'ਚ ਜੇ ਕੁਝ ਵੀ ਹੈਗਾ ਆਪਣੇ ਕੋਲ, ਠੀਕ ਆ ਨਾ, ਤਾਂ 6 ਦੀ ਪਾਵਰ 'ਚ ਕੁਝ ਵੀ ਅਦਿਆ ਹੋ ਜਾਊਗਾ। ਐਨੀ ਡਾਊਟ ਸਮਝ ਆ ਗਈ ਇਹ ਚੀਜ਼? ਤਾਂ ਮੈਂ ਉਮੀਦ ਕਰਦਾ ਕਿ ਇਹ ਕਨਸੈਪਟ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋਣਾ ਚਾਹੀਦਾ ਹੈ। ਠੀਕ ਆ, ਹੁਣ ਅਗਲਾ ਨੰਬਰ ਕਿਹੜਾ ਆ ਗਿਆ 7। ਠੀਕ ਆ, 7 ਦੇ ਕੇਸ 'ਚ ਦੇਖਦੇ ਆ। 2 ਦੇ ਕੇਸ 'ਚ 4 ਨਾਲ ਭਾਗ ਕਰਨਾ ਸੀ, 3 ਦੇ ਕੇਸ 'ਚ 4 ਨਾਲ ਭਾਗ ਕਰਨਾ ਸੀ, 4 ਦੇ ਕੇਸ 'ਚ 2 ਨਾਲ, 5 ਦੇ ਕੇਸ 'ਚ ਲੋੜ ਹੀ ਨਹੀਂ, 6 ਦੇ ਕੇਸ 'ਚ ਲੋੜ ਹੀ ਨਹੀਂ। ਅੱਗੇ ਕਿਹੜਾ ਰਹਿ ਗਿਆ ਆਪਣੇ ਕੋਲ 7। 7 ਦੀ ਪਾਵਰ 1 ਕਿੰਨਾ ਹੁੰਦਾ ਹੈ 7 ਦੀ ਪਾਵਰ 2 ਕਿੰਨਾ ਹੁੰਦਾ ਹੈ 9। ਮਤਲਬ ਪਾਵਰ ਜੋ ਆਨਸਰ ਜੋ ਮਰਜ਼ੀ ਆਵੇ ਪਰ ਯੂਨਿਟ ਪਲੇਸ ਤੇ 9। ਤੇ 7 ਦੀ ਪਾਵਰ 'ਚ 3, 49 ਨੂੰ 7 ਨਾਲ ਕਰਾਂਗੇ ਤਾਂ 243 ਆ, ਪਰ ਆਪਾਂ ਨੂੰ ਤਾਂ ਯੂਨਿਟ ਪਲੇਸ ਚਾਹੀਦਾ 3। 7 ਦੀ ਪਾਵਰ 'ਚ 4, ਫਿਰ ਉਹ ਜਿਹੜਾ 243 ਦਾ 3 ਸੀਗਾ ਉਹਨੂੰ ਫਿਰ 7 ਨਾਲ ਗੁਣਾ ਕਰ ਦਿਓ ਤਾਂ ਮਗਰ ਕਿੰਨਾ ਆ ਗਿਆ
1 आही आऊगा। करके देखी जाओ भावें। आ देखो ना 7 ਨੂੰ 7 ਨਾਲ ਕੀਤਾ 9, ਹੁਣ 9 ਨੂੰ ਇੱਕ ਵਾਰੀ 7 ਨਾਲ ਹੋਰ ਕਰ ਦਿਓ, 9 7 63, ਇੱਥੇ 3 ਲਿਖ ਲਿਆ। 63 ਨੂੰ 7 ਨਾਲ ਫੇਰ ਕਰ ਦਿਓ 21, ਉਹਦਾ 1 ਲਿਖ ਲਿਆ। ठीक है, तो 5 21 ਨੂੰ फिर 7 ਨਾਲ कर दो एक बार, कितना आ गया 7 हो गया रिपीट। बस 7 का भी आही रौला रहना है कि 7 की पावर 5 7, 7 की पावर 6 9, 7 की पावर 7 3 तो 7 की पावर 8 1, आही है। देखो 7 की पावर 1, 7 की पावर 2, 7 की पावर 3, 7 की पावर 4, 7 की पावर 5, 7 की पावर 6, 7 की पावर 7, 7 की पावर 8। ठीक है, तो ये हो गया जी अपने कोल, ये सारी कहानी हो गई अपनी। क्लीयर है गल। ये केस च भी 4 नाल डिवाइड करना पैना है। बस इन्ना दस दो मैनू। 247 की पावर च 1035, 243 की पावर च 1035, 247 पहली गल तो लास्ट आ वाले 2 नंबर तो इररेलीवेंट ने, पता ही है सारिਆਂ ਨੂੰ। ये वाकई 7 की पावर वाला सवाल हैगा कि नहीं हैगा, ये दसो पहला। ओबीएस जी गल हैगा कि ये सवाल 7 की पावर वाला हैगा, ओबीएस जी गल हैगा। तो 7 की पावर वाला सवाल आ, 7 की पावर च 1035 है। 1035 ਨੂੰ किन्ने नाल डिवाइड करांगे 7 नाल, 4 नाल। 4 दूनी 8, 2 3, 5 ते गया 20, 3 5, 4 ते गया 32, कितना आ गया रिमाइंडर 3 आ गया। सुनो मेरी इदां देखो, जेकर 7 की पावर च 3 होवे ते आंसर कितना आउंदा है 3 ही आउंदा है। बाई चांस सेम आ, किते ना कह दो 7 की पावर च 3 आ गया तो 3 आंसर आ ना। जे 7 की पावर च 2 आ जांदा फिर आंसर कितना आउंदा 9, तो जे 7 की पावर च 3 आ गया फिर आंसर कितना आऊगा 3। ਇਹਦਾ मतलब यूनिट प्लेस तो सानू कितना आंसर आ गया 3। आ दसो जी, मतलब ये आ कि कुल मिला के सानू हुण तक की समझण नूं मिलिया है, सानू हुण तक ये चीज़ समझण नूं मिली है कि बई असी यूनिट प्लेस के नंबर किवें पता करने आ। ठीक है जी, कोई नंबर यूनिट प्लेस ते होऊगा किवें पता करना है, ये अपने लिए सब तो वड्डा चैलेंज सी, वो असी अज पता करने की कोशिश की है। हुण गल करते हैं 8। 8 नूं जे यूनिट प्लेस ते 8 होवे, 8 की पावर च 1, 8 की पावर च 2 64, 8 की पावर च 3 2, तो 8 की पावर च 4 6। ठीक है, तो 8 की पावर च 5 8, तो 8 की पावर च 6 4, तो 8 की पावर च 9 2, तो 8 की पावर च 10 नहीं 5 6 7, तो 8 की पावर 8 6। 8 की पावर च जे कुछ होवे किन्ने नाल डिवाइड करना पैंदा है 4 नाल। वही कहानी है कि 8 की पावर च x आ, x इज डिवाइडेड बाय 4, तो फाइंड रिमाइंडर। 4 नाल भाग करो तो रिमाइंडर पता करो, तो सवाल उवें दा उवें ही कर दो। ठीक है, 2158 की पावर च 600, 2158 की पावर च 609, 2158 की पावर च 609, ये है जी अपना सवाल। तो की आऊगा अपने कोल, किन्ने नाल डिवाइड करांगे आपां 4 नाल, क्योंकि है सवाल ये 8 की पावर वाला, ये तो पता ही है कि 8 की पावर वाला सवाल है। तो 609 नूं किन्ने नाल डिवाइड करांगे 8 नाल नहीं 4 नाल। 15 ते गया 60, 9 आ गया, 2 ते गया 8 1 आ गया, 2 ते गया 8 1 आ गया। ठीक है जी, रिमाइंडर अपने को कितना आ गया 1 आ गया। ठीक है, तो कितना आंसर आ गया 8 की पावर 1 8, जवाब कितना आ गया 8 आ गया। ठीक है जी, देख लो जी किसी ने कोई डाउट है, ये तो सौखे ही सीगे। 9 की पावर च आ जाओ, 9 की पावर च 1 9, तो 9 की पावर च 2 1 81 हुंदा 1 आ गया, तो 9 की पावर च 3 जिहड़ा आए इनू फिर 9 नाल गुणा कर लो, तो 9 की पावर 4 1, 9 की पावर 5, 9 की पावर 6, 9 की पावर 7, 9 की पावर 8, यही होणगे। ठीक है, सो जे मैनू कोई ये कह दे कि 9 की पावर च x आ, तो x इज डिवाइडेड बाय कितना
x ਨੂੰ ਕਿੰਨੇ ਡਿਵਾਈਡ ਕਰਾਂਗੇ 2 ਤੇ फाइंड रिमाइंडर जे एक का रिमाइंडर तो आंसर 9 आ ते जे 2 आ रिमाइंडर फिर की है 1 ठीक आ दसो जी गल समझ आ गई उम्मीद करदा कि ये गल चंगी तरह समझ आ जानी चाहिए है चलिए जी आपां अगे ठीक है तो ये आपां नूं चंगी तरह पता लग गया कि बई असी इनू किवें पता करना है चले ठीक है जी नैक्सट रब करदा देखो 2 की पावर 3 की पावर 4 की पावर 5 की पावर 6 की पावर 7 की पावर 8 की पावर ते 9 की पावर आपां नूं पता लग गया हुण एक सवाल होर कढ के दो मैनूं 247 की पावर 131 प्लस 138 की पावर 239 प्लस 405 की पावर 87 आ लो जी सवाल करो यूनिट प्लेस से तो एक ही नंबर आऊगा 11 तो आना ही नहीं ਜਾਂ 1 ਆਊਗਾ ਜਾਂ 2 ਆਊਗਾ ਅਪ ਟੂ 9 ਆਉਣਗੇ यूनिट प्लेस ਦਾ मतलब ਆ ਇਕਾਈ ਤਾਂ ਸੰਖਿਆ 11 ਥੋੜਾ ਹੋ ਸਕਦੀ ਹੈ ਨੰਬਰ ਤੇ 1 ਹੀ ਆਊਗਾ ਕੋਈ मतलब ਆਪਾਂ ਤਾਂ ਇੱਕ ਸੰਖਿਆ ਹੀ ਕੱਢਣੀ ਹੈ ਜੇ 11 ਤੇ 1 ਹੀ ਆਊਗਾ देखो सब तो पहली गल ਉਹ ਇਹਦਾ यूनिट प्लेस ਕੀ ਆਊਗਾ 7 ਦੀ ਪਾਵਰ 131 ਕਿੰਨਾ ਆਊਗਾ ਪੱਕਾ यार चेक कर लो 7 ਦੀ ਪਾਵਰ 131 ਆ ਤੇ 7 ਦੇ ਕੇਸ ਚ ਆਪਾਂ ਕਿੰਨੇ ਨਾਲ ਡਿਵਾਈਡ ਕਰਦੇ ਆ 1 ਨਾਲ 2 ਨਾਲ 7 ਨਾਲ ਕਿੰਨੇ ਨਾਲ 4 ਨਾਲ ਮੈਨੂੰ ਨਹੀਂ ਪਤਾ 4 ਨੂੰ 131 ਨਾਲ ਕੀਤਾ 4 ਤੀਏ 12 1 1 4 दूनी 8 3 ਕਿੰਨਾ ਰਿਮਾਈਂਡਰ ਆ ਗਿਆ 3 ਇਹ ਬਣ ਗਿਆ 7 ਦੀ ਪਾਵਰ 3 ਤੇ 7 ਦੀ ਪਾਵਰ 3 ਕਿੰਨਾ ਹੁੰਦਾ 3 7 7 49 49 ਨੂੰ 7 ਨਾਲ ਕੀਤਾ 63 ਇਹੀ 3 ਹੀ ਹੁੰਦਾ ਸਹੀ ਆ प्लस अगे आ जाओ ये आ 8 की पावर 239 8 की पावर की देखीदा 1 नाल भाग 2 नाल करीदा कि 4 नाल 4 नाल बस 239 नूं 4 नाल डिवाइड किया 3 5 ते गया 20 3 9 9 ते गया 36 रिमाइंडर कितना आ गया 3 ये आ गया 8 की पावर 3 तो 8 की पावर जे 3 होवे तां कितना आउंदा 8 8 64 64 नूं 8 नाल कीता 2 प्लस 5 की पावर च 5 की पावर च कुछ भी हो यूनिट प्लेस से कितना आना है 5 ठीक है 5 ते 3 8 ते 2 10 तो यूनिट प्लेस से की आ गया 0 जे 9 आ जाता तो 9 तो जे 10 आ गया तो यूनिट प्लेस से की आ गया आपां तो यूनिट प्लेस रखनी है जो यूनिट तो टप के अगे गया झाड़ी जाओ नाल दी नाल जो वाधू आई गया उन्होंने खत्म करी जाओ आ दसो जी गल समझ आ गई ना कि किवें आपां एक सवाल नूं बड़ी आसानी नाल हल करना है ठीक है जी इवें दे सवाल तां पेपर च चलो मैं नहीं कहता कि किसी पेपर च किसी भी पेपर च आ सकते हैं चाहे औखा है चाहे सौखा है ठीक है क्योंकि पेपर सैट करने वाले जे तुसीं ये सोचो कि कई बार आपां नहीं कह दिंदे कि किसी पेपर च बहुत आसान सवाल आ गया तो ये आसान सवालों की कैटेगरी च आउंदे आ बट ये भी जरूर आ कि जिन्ने ये चैप्टर किता ही नहीं हुंदा ਉਹ इस सवाल नूं ये भी नहीं सोच सकता कि ये कितना सौखा सवाल सीगा यूनिट प्लेस पता करना कोई बहुत वड्डा 30 मार खां दा काम नहींगा कि भी कर नहीं सकते ठीक है अगला सवाल आ 81 इंटू 82 इंटू 83 अप टू 89 लो जी यूनिट प्लेस दसो डॉट पाउण दा मतलब ये आ कि 84 85 86 87 88 89 लो जी करो सवाल 81 इंटू 82 83 इंटू 84 अप टू 89 यूनिट प्लेस से की आऊगा इत्थे किते ना किते 85 आऊगा ऑब्वियस जी गल आ विच किते ते आ 2 गुणा 5 10 ते 10 दा यूनिट प्लेस की है जदों गुणा च एक बार यूनिट प्लेस 0 आ गया फिर उन्हें कोई होर आउण ही नहीं देना फिर भावें 7 आ 7 गुणा 0 तां भी यूनिट प्लेस ते 0 ही रहनी है मेरी एक गल समझ गए ना तुसीं आप दिमाग लाउणा जिन्होंने डॉट पाते उलझाता उन्हें
ਉਹਨੇ ਸ਼ੋਅ ਨਹੀਂ ਕੀਤਾ ਕਿ ਵਿੱਚ 85 ਵੀ ਆ, ਪਰ ਤੁਸੀਂ ਆਪ ਤਾਂ ਸੋਚੋ ਕਿ ਜੇ 82 ਤੋਂ ਲੈ ਕੇ 89 ਤੱਕ ਆ ਤਾਂ ਵਿੱਚ 2 ਵੀ ਆ, ਇੱਕ 5 ਵੀ ਆ, ਤਾਂ ਯੂਨਿਟ ਪਲੇਸ ਬਿਨਾਂ ਸੋਚੇ ਤੁਹਾਡਾ ਆਨਸਰ ਕਿੰਨਾ ਆ ਗਿਆ? 0। ਬਿਨਾਂ ਸੋਚੇ ਤਾਂ ਨਹੀਂ, ਮੈਂ ਸੋਚ ਕੇ, ਠੀਕ ਆ। ਸੋ ਇਹ ਉਮੀਦ ਕਰਦਾ ਕਿ ਵੀ ਆਪਾਂ ਨੂੰ ਗੱਲ ਕਲੀਅਰ ਹੋ ਗਈ। ਚੱਲੀਏ ਆਪਾਂ ਅੱਗੇ ਨੈਕਸਟ। ਉਸ ਤੋਂ ਬਾਅਦ ਅਗਲਾ ਸਵਾਲ, ਤਰਵੰਜਾ 775 ਗੁਣਾ 731 ਗੁਣਾ 243 ਗੁਣਾ। ਵੈਸੇ ਤਾਂ ਇੱਕ ਗੱਲ ਦੇਖੋ, ਸਾਰਿਆਂ ਨੂੰ ਕਰਕੇ ਦੇਖ ਲਓ। ਸਭ ਤੋਂ ਪਹਿਲਾਂ ਇੱਕ ਗੱਲ ਦੱਸੋ, ਜਿਹੜਾ ਇਹਦਾ ਲਾਸਟ ਡਿਜਿਟ ਆ ਉਹ ਈਵਨ ਆ ਕਿ ਔਡ ਆ? ਔਡ। ਇਹਦਾ ਲਾਸਟ ਡਿਜਿਟ ਕੀ ਆ? ਔਡ। ਇਹਦਾ ਲਾਸਟ ਡਿਜਿਟ ਕੀ ਆ? ਇਹਦਾ ਲਾਸਟ ਡਿਜਿਟ ਕੀ ਆ? ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਤੁਸੀਂ ਜਦੋਂ ਕਿਸੇ ਔਡ ਨੰਬਰ ਨੂੰ ਔ ਕਹਿਣਾ ਹੈ ਤੇ ਈਵਨ ਨੰਬਰ ਨੂੰ ਈ ਕਹਿਣਾ ਹੈ। ਜਦੋਂ ਤੁਸੀਂ ਕਿਸੇ ਔਡ ਨੰਬਰ ਨੂੰ ਔਡ ਨੰਬਰ ਨਾਲ ਗੁਣਾ ਕਰਦੇ ਹੋ, ਆਨਸਰ ਔਡ ਆਉਂਦਾ ਕਿ ਈਵਨ ਆਉਂਦਾ ਹੈ? ਓਏ ਔਡ ਨੂੰ ਔਡ ਨਾਲ ਗੁਣਾ ਕਰਦੇ ਹੋ। ਹੁਣ ਤੁਸੀਂ ਕਹੋਗੇ ਰੱਟਾ ਮਾਰਨਾ ਹੈ। ਰੱਟਾ ਕਿਉਂ ਮਾਰਨਾ ਹੈ? ਤੁਸੀਂ ਆਪਣੇ ਦਿਮਾਗ 'ਚ ਸੋਚ ਲਓ, 3 ਨੂੰ 7 ਨਾਲ ਗੁਣਾ ਕਰਕੇ ਕਿੰਨਾ ਆਇਆ? 21। ਤੇ ਮਗਰ ਯੂਨਿਟ ਪਲੇਸ ਤੇ ਕੀ ਆਇਆ? 21 ਆਊਗਾ, ਉਹ ਵੀ ਕੀ ਆ? ਔਡ। ਤਾਂ ਯੂਨਿਟ ਪਲੇਸ ਤੇ ਤੁਹਾਡਾ ਔਡ ਹੀ ਆਊਗਾ। ਹੁਣ ਤੁਸੀਂ ਕਹੋਗੇ ਯਾਰ ਇਹ ਤਾਂ ਇੱਕ ਹੀ ਐਗਜ਼ਾਮਪਲ ਆ, 7 ਨੂੰ 5 ਨਾਲ ਕਰਕੇ ਦੇਖ ਲਓ, 7 5 35। 3 ਨੂੰ 9 ਨਾਲ ਕਰਕੇ ਦੇਖ ਲਓ, 9 3 27। ਔਡ ਯੂਨਿਟ ਪਲੇਸ ਵਾਲੇ ਨੂੰ ਔਡ ਯੂਨਿਟ ਪਲੇਸ ਵਾਲੇ ਨਾਲ ਕਰੋਗੇ ਤਾਂ ਔਡ ਹੀ ਆਊਗਾ। ਬਸ ਇਹ ਦੱਸੋ, ਜੇ ਮੈਂ ਔਡ ਨੂੰ ਈਵਨ ਵਾਲੇ ਨਾਲ ਕਰਾਂ ਫਿਰ ਕੀ ਆਊਗਾ? ਫਿਰ ਈਵਨ ਆਊਗਾ। 7 ਗੁਣਾ 6 42, ਯੂਨਿਟ ਪਲੇਸ ਤੇ ਕੀ ਆ ਗਿਆ? 2। 9 ਗੁਣਾ 24, 9 ਗੁਣਾ 4 36। ਇੱਕ ਔਡ ਤੇ ਇੱਕ ਈਵਨ ਹੋਵੇ ਤਾਂ ਆਨਸਰ ਹਮੇਸ਼ਾ ਕੀ ਯੂਨਿਟ ਪਲੇਸ ਤੇ ਕੀ ਆਊਗਾ? ਈਵਨ। ਤੇ ਜੇ ਮੈਂ ਈਵਨ ਨੰਬਰ ਵਾਲੇ ਨੂੰ ਈਵਨ ਵਾਲੇ ਨਾਲ ਯੂਨਿਟ ਪਲੇਸ ਈਵਨ ਦੇ ਯੂਨਿਟ ਪਲੇਸ ਨੂੰ ਈਵਨ ਦੇ ਯੂਨਿਟ ਪਲੇਸ ਨਾਲ ਮਲਟੀਪਲਾਈ ਕਰਾਂ ਫਿਰ ਆਨਸਰ ਕੀ ਆਊਗਾ? 2 ਗੁਣਾ 8 16 6, 4 ਗੁਣਾ 8 32 2, 6 ਗੁਣਾ 4 24। ਈਵਨ ਸਾਰਾ ਕੁਝ ਹੀ ਆ। ਈਵਨ ਗੁਣਾ ਈਵਨ ਵੀ ਕਿੰਨਾ ਆਊਗਾ? ਈਵਨ ਹੀ ਆਊਗਾ। ਇਹ ਪੱਕੀ ਗੱਲ ਆ ਜਿਹੜੀ ਮੈਂ ਦੱਸਤੀ ਤੁਹਾਨੂੰ, ਠੀਕ ਆ। ਹੁਣ ਇੱਕ ਗੱਲ ਦੱਸੋ, ਇਹ ਕਨਫਰਮ ਹੋ ਗਈ। ਹੁਣ ਮੈਨੂੰ ਇਹ ਦੱਸੋ ਕਿ ਜੇ ਮੈਂ ਈਵਨ ਨੰਬਰ, ਜੇ ਕੋਈ ਈਵਨ ਪਲੇਸ ਯੂਨਿਟ ਪਲੇਸ ਤੇ ਈਵਨ ਪਿਆ ਹੈ, ਜੇ ਯੂਨਿਟ ਪਲੇਸ ਤੇ ਕੋਈ ਈਵਨ ਪਿਆ ਹੈ, ਰੱਬ ਦੀ ਕਿਰਪਾ ਨਾਲ ਉਹ ਕਿਸੇ 5 ਨਾਲ ਮਲਟੀਪਲਾਈ ਹੋ ਜੇ। ਕਿੰਨੇ ਨਾਲ ਮਲਟੀਪਲਾਈ ਹੋ ਜੇ? 2 ਜਾਂ 4 ਜਾਂ 6 ਜਾਂ 8, 5 ਨਾਲ ਮਲਟੀਪਲਾਈ ਹੋ ਜੇ ਤਾਂ ਯੂਨਿਟ ਪਲੇਸ ਤੇ ਕੀ ਆ ਜਾਂਦਾ? ਹਮੇਸ਼ਾ 0। ਹਮੇਸ਼ਾ ਕਨਫਰਮ। ਫਿਰ ਯੂਨਿਟ ਪਲੇਸ ਤੇ 0 ਆ ਜਾਂਦੀ ਆ। ਹੁਣ ਤੁਸੀਂ ਇਹ ਨਾ ਕਹਿ ਦਿਓ ਈ ਨੂੰ 5 ਨਾਲ ਮਲਟੀਪਲਾਈ ਕਰਕੇ 0 ਕਿਉਂ ਆ ਗਿਆ? ਇਹ ਯੂਨਿਟ ਇਕੱਲੇ ਕਿਹੜੇ ਪਲੇਸ ਦੀ ਗੱਲ ਹੋ ਰਹੀ ਹੈ? ਯੂਨਿਟ ਪਲੇਸ, ਇਕਾਈ ਵਾਲੀ ਸੰਖਿਆ ਦੀ ਗੱਲ ਹੋ ਰਹੀ ਹੈ। ਤੇ ਜੇ ਕਿਸੇ ਔਡ ਨੂੰ ਮੈਂ 5 ਨਾਲ ਗੁਣਾ ਕਰੂੰਗਾ ਫਿਰ ਹਮੇਸ਼ਾ ਕਿੰਨਾ ਆਉਂਦਾ ਹੈ? 1 ਨੂੰ 5 ਨਾਲ 5, 3 ਨੂੰ 5 ਨਾਲ 15 ਫਿਰ 5, 5 ਨੂੰ 5 ਨਾਲ 25 ਫਿਰ 5, 7 ਨੂੰ 5 ਨਾਲ 35 ਫਿਰ 5, 9 ਨੂੰ 5 ਨਾਲ 45 ਫਿਰ 5। ਮਤਲਬ ਔਡ ਜਦੋਂ ਕਿਸੇ 5 ਨਾਲ ਮਲਟੀਪਲਾਈ ਹੁੰਦਾ ਤੇ ਹਮੇਸ਼ਾ ਆਨਸਰ ਕਿੰਨਾ ਆਉਂਦਾ ਹੈ? ਓਹੋ, ਇਹ ਤਾਂ ਧੋਖਾ ਹੋ ਜਾਣਾ ਬਹੁਤ ਤਗੜਾ। ਤੁਸੀਂ ਇਹਨੂੰ ਵੀ ਔਡ ਮੰਨ ਲੈਣਾ ਹੈ, ਠੀਕ ਹੈ ਨਾ। ਔਡ ਮਲਟੀਪਲਾਈਡ ਬਾਈ ਔਡ ਮਲਟੀਪਲਾਈ ਈਵਨ ਮਲਟੀਪਲਾਈ ਬਾਈ 5 ਇਜ਼ 0। ਔਡ ਇੱਥੇ ਉਹ 0 ਨਹੀਂ ਗਈ, ਇੱਥੇ ਉਹ ਕੀ ਆ ਭਲਾ? ਔਡ ਆ। ਔਡ ਮਲਟੀਪਲਾਈਡ ਬਾਈ 5 ਇਜ਼ 5। ਹੁਣ ਇੱਕ ਗੱਲ ਦੱਸੋ, ਵੈਸੇ ਤਾਂ ਇੱਥੋਂ ਬੜਾ ਸੌਖਾ ਸੀਗਾ। ਆਹ ਦੱਸੋ ਜੀ, ਔਡ ਮਲਟੀਪਲਾਈਡ ਬਾਈ ਔਡ, ਔਡ ਕਿ ਈਵਨ? ਔਡ। ਫਿਰ ਔਡ ਮਲਟੀਪਲਾਈਡ ਬਾਈ ਔਡ, ਔਡ। ਔਡ ਮਲਟੀਪਲਾਈਡ ਬਾਈ ਔਡ, ਜਿਹੜਾ ਓਵਰਆਲ ਔਡ ਉਹਨੂੰ ਮਲਟੀਪਲਾਈਡ ਬਾਈ 5। ਮਤਲਬ ਜੇ ਆਪਾਂ ਡਾਇਰੈਕਟ ਦਿਮਾਗ ਲਾਉਣਾ ਹੋਵੇ, ਹਾਂ ਲੈਂਥੀ ਹੋ ਕਰਕੇ ਕੱਢਣਾ ਜਿਵੇਂ ਮਰਜ਼ੀ ਕਰੋ। ਮੇਰਾ ਕਹਿਣ ਦਾ ਮਤਲਬ ਸਿਰਫ ਤੁਹਾਨੂੰ ਇਹ ਆ ਕਿ ਤੁਹਾਨੂੰ ਇਸ ਗੱਲ ਲਈ ਕਨਫਰਮ ਕਰ ਦੇਣਾ ਕਿ ਬਈ ਜਿਹੜਾ ਯੂਨਿਟ ਪਲੇਸ ਕੱਢਣਾ ਹੈ ਨਾ, ਉਹ ਕੋਈ ਆਪਣੇ ਆਪ 'ਚ ਕੋਈ ਬਹੁਤ ਤਗੜੇ 30 ਮਾਰ ਖਾਣ ਵਾਲਾ ਕੰਮ ਨਹੀਂ ਹੈਗਾ। ਉਹ ਬਹੁਤ ਈਜ਼ੀ ਕੰਮ ਆ। ਜਿਹੜਾ ਅਸੀਂ ਗੱਲ ਕਰਦੇ ਹਾਂ ਨਾ ਯੂਨਿਟ ਪਲੇਸ ਕੱਢਣ ਦੀ, ਤਾਂ ਯੂਨਿਟ ਪਲੇਸ ਕੱਢਣਾ ਆਪਣੇ ਆਪ 'ਚ ਕੋਈ ਬਹੁਤ ਵੱਡੀ ਗੱਲ ਨਹੀਂ ਗੀ, ਬਹੁਤ ਸਿੰਪਲ ਜੀ ਗੱਲ ਆ, ਠੀਕ ਆ। ਨੈਕਸਟ ਛੋਟਾ ਜਿਹਾ ਟੌਪਿਕ ਹੋਰ ਆ, ਛੋਟਾ ਜਿਹਾ 2 ਮਿੰਟ ਲੱਗਣਗੇ, ਠੀਕ ਆ। 243 ਦੀ ਪਾਵਰ 56 ਦੀ ਪਾਵਰ 517, ਠੀਕ ਆ। ਫਾਈਂਡ ਦੀ digit at unit place, find the करो solve, find the digit at
यूनिट प्लेस ते किहड़ा डिजिट आऊगा? 243 दी पावर 56 दी पावर 517। ये भी हो सकता सवाल का, कुछ भी हो सकता है, बड़ी सिंपल जी गल आ। देखो सुनो मेरी गल, मैथ का एक रूल आ जाओ जी, किसी को शायद ना पता होवे, क्योंकि ये उही कढ़ सकता जिन्होंने मैथ का रूल पता है। ए दी पावर च बी ते ओदी पावर च सी, आही है। सुनो मेरी गल, बस ये दसो मैनू 4 दी पावर च 2 ते ओदी पावर च 3, 4 दी पावर च 2 कितना होंदा? बस ये दसो पहला। 4 चौके 16। हजे मैं भुल जाओ कि मैं तुहानूं यूनिट प्लेस की स्टोरी सुना रहा, मैं तुहानूं आम गल दस रहा। 4 दी पावर 2 कितना होंदा? 16। तो 16 दी पावर च कितना है? ਇਹਦਾ मतलब 16 ਨੂੰ कितनी बार मल्टीप्लाई करना है? 3 बार। दसो कैलकुलेटर ते 16 गुणा 16 गुणा 16 कितना होंदा है? 16 गुणा 16 गुणा 16 कितना होंदा है? 16 गुणा 16 गुणा 16 हाँ जी 4096। ठीक है। सो अगला सुनो नाल दी नाल, 4 दी पावर च 3 ते ओदी पावर च 2 उल्टाता। 4 दी पावर च 3 कितना होंदा है? 4 चौके 16 चौके 64, 64 आ गया। तो जो 64 है ओदी पावर च कितना है? 2। वट इज 64 इंटू 64 कितना होंदा है? 4096 कितना होंदा है? 4096। हुण तीजी गल आ की है? पावर। ये ओदी भी की है? पावर। पावर दी पावर आपस च मल्टीप्लाई हो जाती है। की हो जाती है? मल्टीप्लाई हो जाती है। 2 गुणा 3 कितना होंदा है? 6। 2 गुणा 3 कितना होंदा है? 6। तो 4 दी पावर च की आ गया? 6। 4 चौके 16, 16 चौके 64, 4 नूं 6 बार गुणा करना, तो ये करके देखियो ये भी कितना आऊगा? 4096। ਇਹਦਾ मतलब ਤੁਹਾਨੂੰ ਅੱਜ ਇਹ ਗੱਲ ਪਤਾ ਲੱਗੀ ਹੈ, ਨਵੀਂ ਗੱਲ ਦੱਸ ਰਿਹਾ ਤੁਹਾਨੂੰ ਮੈਂ ਕਿ a ਦੀ ਪਾਵਰ ਚ b ਦੀ ਪਾਵਰ ਚ c ਹੋਵੇ, ਭਾਵੇਂ a ਦੀ ਪਾਵਰ ਚ c ਦੀ ਪਾਵਰ ਚ b ਹੋਵੇ, ਇਹ ਦੋਵੇਂ ਗੱਲਾਂ ਆਪਸ ਚ ਬਰਾਬਰ ਹੁੰਦੀਆਂ ਹੈ। ਤੇ ਕਿਹਦੇ ਬਰਾਬਰ ਹੁੰਦੀਆਂ ਹੈ? a ਦੀ ਪਾਵਰ ਚ ਜਿਹੜੀ ਪਾਵਰ ਦੀ ਪਾਵਰ ਆ ਨਾ ਉਹ ਆਪਸ ਚ ਗੁਣਾ ਹੋ ਜਾਂਦੀ ਹੈ। ਕਿਸੇ ਇੱਕ ਪਾਵਰ ਨੂੰ ਲੋਡ ਪੈਣ ਤੇ ਥੱਲੇ ਖਸਕਾ ਲਓ, ਦੂਜੀ ਨੂੰ ਉੱਪਰ ਕਰ ਦਿਓ, ਕੋਈ ਚੱਕਰ ਵਾਲੀ ਗੱਲ ਨਹੀਂ। a ਦੀ ਪਾਵਰ ਚ c ਦੀ ਪਾਵਰ ਚ b ਹੋਵੇ, ਚਾਹੇ a ਦੀ ਪਾਵਰ ਚ b ਦੀ ਪਾਵਰ ਚ c ਹੋਵੇ, a ਦੀ ਪਾਵਰ ਚ b ਦੀ ਪਾਵਰ ਚ c ਹੋਵੇ, ਚਾਹੇ a ਦੀ ਪਾਵਰ ਚ c ਦੀ ਪਾਵਰ ਚ b ਹੋਵੇ, वन एंड दी सेम थिंग। आ समझ आ गई गल? आ कहानी है। हुण सवाल तो खत्म हो गया। जे तुसी कहो कि अच्छा ये असल च पता की सीगा, सवाल सी 243 दी पावर च 56 गुणा कितना, असल च कितना सीगा? 56 गुणा 517। ठीक है। तुसी बस ये करना है कि हुणे सवाल पता की आ, इनू भुल जाओ, ये 3 दी पावर चो आ। ठीक है। हाँ मैं कहना कि होर एक्सप्लेनेशन देने की बजाय मैं होर तुसी इनू इहदे नाल गुणा कर लो, जिन्ना आऊगा वो तो कैलकुलेट कर ही लाओगे, जिन्ना आऊगा हुणे। ठीक है। 3 दी पावर वाला रूल ला दिओ। 3 दी पावर किन्ने नाल तुसी चैक कर दिओ? 4 नाल, बाद चों 4 नाल डिवाइड कर दिओ। वो आ गल समझ आ गई ना कि तुसी इनू अड 4 नाल कर दो, अड ना कर लो, तां भी कोई जिवें मर्जी करके। हुण सवाल तो निकल सकदा ना, जिहड़ी चीज़ ने तुहानूं सवाल च परेशान किया सी उस चीज़ का हल हो गया कि a दी पावर दी b दी पावर च c। दसो जी आ गल चंगी तरह समझ आ गई? चैप्टर हजे कितना? कोई चक्कर ही नहीं। हाँ जेदा रिमाइंडर 0 आ जाए। ठीक है। देखो जे आपां नूं किसी ने कहता कि 3 दी पावर, हाँ इंपॉर्टेंट गल, जे आपां नूं किसी ने कहता रिमाइंडर 0 आया, एक डाउट आ गई ना चलदी क्लास च कि रिमाइंडर 0 का की मतलब आ। मैनूं एक गल दसोगे, जदों मैं किसी नूं ये कहां कि जदों मैं किसी चीज़ नूं 4 नाल डिवाइड कर रहा, जां तां रिमाइंडर कितना आऊगा? 1, जां रिमाइंडर कितना आऊगा? 2, जां रिमाइंडर कितना आऊगा? 3, ते जां रिमाइंडर 0। जिहड़ा रिमाइंडर 0 हुंदा है और रिमाइंडर 4 एक गल ही हुंदी है। रिमाइंडर 0 आना ते रिमाइंडर 4 आना, वन एंड दी सेम थिंग, क्योंकि 4 नाल भाग हो रहा है। तो हुण 3 दी पावर 4 वाला कड्ढिया होया तुसीं। ठीक है ना। तो किसी चीज़ का देखो, जदों तुसीं किसी चीज़ नूं ये कहंदे हो कि उहनूं तुसीं 4 नाल भाग कीता है, 4 नाल भाग करन दा मतलब यह है कि जां तां रिमाइंडर 1 आऊगा, जां कितना आऊगा रिमाइंडर 2, ते जां रिमाइंडर कितना आऊगा 3। ते जिहड़ा हुण मैनूं एक गल दसो, जे तुसीं 13 नूं 4 नाल भाग करोगे तो रिमाइंडर कितना आऊगा? 1। जे तुसीं 14 नूं भाग करोगे तो कितना आऊगा?
2 15 ਨੂੰ ਕਰੋਗੇ ਤਾਂ ਤੇ 16 ਨੂੰ ਕਰੋਗੇ ਜਾਂ 0 ਕਹਿ ਲਓ ਜਾਂ 4 ਕਹਿ ਲਓ। ਜਦੋਂ ਰਿਮਾਈਂਡਰ 0 ਆ ਜੇ ਤਾਂ ਜਿੰਨੇ ਨਾਲ ਭਾਗ ਹੋ ਰਿਹਾ ਹੋਵੇ ਨਾ ਉਹ ਆਪਣੇ ਆਪ 'ਚ ਉਨਾ ਹੀ ਰਿਮਾਈਂਡਰ ਹੁੰਦਾ ਹੈ। ਆ ਪੱਲੇ ਪੈ ਗਈ ਨਾ ਗੱਲ। ਕਿਸੇ ਚੀਜ਼ ਦਾ ਰਿਮਾਈਂਡਰ 0 ਆਉਣਾ ਤੇ 4 ਆਉਣਾ ਇੱਕੋ ਗੱਲ ਆ। ਫਿਰ ਉਹਨੂੰ 4 ਲਿਖ ਕੇ ਸੋਲਵ ਕਰੋ ਤੇ ਅੱਗੇ ਮੈਂ ਕਰਾਇਆ ਹੋਇਆ ਤੁਹਾਨੂੰ। ਹੁਣ ਤਾਂ ਸਮਝ ਆ ਗਈ ਨਾ, ਹੁਣ ਤਾਂ ਕਿਸੇ ਨੂੰ ਕੋਈ ਡਾਊਟ ਨਹੀਂ ਇਹਦੇ 'ਚ, ਕਲੀਅਰ ਹੈ ਗੱਲ। ਜਦੋਂ ਆਪਾਂ ਸੁਣੋ ਮੇਰੀ ਗੱਲ, ਇੱਕ ਗੱਲ ਹੋਰ, ਜਦੋਂ ਆਪਾਂ ਕਿਸੇ ਚੀਜ਼ ਨੂੰ 3 ਨਾਲ ਡਿਵਾਈਡ ਕਰਦੇ ਹਾਂ ਤੇ ਰਿਮਾਈਂਡਰ 0 ਆਉਣ ਦਾ ਕੀ ਮਤਲਬ ਆ? 3 ਆਉਣਾ। ਕਿਸੇ ਚੀਜ਼ ਨੂੰ 7 ਨਾਲ ਡਿਵਾਈਡ ਕਰਦੇ ਆ ਤੇ ਰਿਮਾਈਂਡਰ 0 ਆਉਣ ਦਾ ਮਤਲਬ ਕੀ ਹੈ? ਰਿਮਾਈਂਡਰ ਕਿੰਨਾ ਹੈ? 7। ਆ ਨਵੀਂ ਗੱਲ ਸਮਝ ਆ ਗਈ ਨਾ। ਕਿਸੇ ਚੀਜ਼ ਨੂੰ 8 ਨਾਲ ਡਿਵਾਈਡ ਕਰਦੇ ਆ ਤੇ ਰਿਮਾਈਂਡਰ 0 ਆਉਣ ਦਾ ਮਤਲਬ ਕੀ ਆ? ਰਿਮਾਈਂਡਰ 8 ਆਉਣਾ। ਇਟ ਮੀਨਸ ਇੱਕ ਸਵਾਲ ਤਾਂ ਮੈਂ ਉਮੀਦ ਕਰ ਸਕਦਾ ਕਿ ਤੁਸੀਂ ਘਰੋਂ ਕਰਕੇ ਲੈ ਕੇ ਆਓਗੇ। ਠੀਕ ਆ ਜੀ, ਅੱਜ ਵਾਸਤੇ ਇੰਨਾ ਹੀ ਬਹੁਤ ਆ।